हाँ जी दोस्तों, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ ਕਰਾਂਗੇ CDP ਪੰਜਾਬੀ ਪੈਡਾਗੋਜੀ ਅਤੇ ਇੰਗਲਿਸ਼ ਪੈਡਾਗੋਜੀ ਦੇ ਨਾਲ ਰਿਲੇਟਡ ਟੌਪ 30 ਕੁਐਸਚਨ। ਅੱਜ ਦੀ ਕਲਾਸ ਵਿੱਚ ਮੋਸਟ ਇੰਪੋਰਟੈਂਟ MCQ ਹੋਣਗੇ ਜੋ ਪਿਛਲੇ ਪੇਪਰਾਂ ਦੌਰਾਨ ਪੁੱਛੇ ਜਾ ਚੁੱਕੇ ਨੇ। ਤਾਂ ਸਟਾਰਟ ਕਰਦੇ ਹਾਂ ਜੀ, ਅਤੇ ਲਾਸਟ ਵਿੱਚ ਹਰ ਰੋਜ਼ ਦੀ ਤਰ੍ਹਾਂ ਤੁਸੀਂ ਇਹ ਜ਼ਰੂਰ ਦੱਸੋਗੇ ਵੀ ਤੁਹਾਨੂੰ ਕਿੰਨੇ ਕੁਐਸਚਨ ਇਸ ਦੇ ਚੋਂ ਆਉਂਦੇ ਸੀ। ਤਾਂ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣ ਦੀ ਕੋਸ਼ਿਸ਼ ਕਰਿਓ। ਲਾਸਟ ਵਿੱਚ ਲਿਖਿਓ ਵੀ 30 ਦੇ ਵਿੱਚ ਤੁਹਾਡੇ ਕਿੰਨੇ ਨੰਬਰ ਬਣੇ ਨੇ। ਹਾਂਜੀ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਤੁਹਾਡੇ ਸਾਹਮਣੇ ਜੀ, ਰਿਮੀਡੀਅਲ ਟੀਚਿੰਗ ਇਜ਼ ਯੂਜ਼ਡ ਫਾਰ ਵਿਚ ਕਾਈਂਡ ਆਫ ਚਿਲਡਰਨ। ਜਿਹੜਾ ਉਪਚਾਰਕ ਸਿੱਖਿਆ ਹੈ ਇਹ ਕਿਸ ਕਿਸਮ ਦੇ ਬੱਚਿਆਂ ਦੇ ਲਈ ਵਰਤੀ ਜਾਂਦੀ ਹੈ ਰਿਮੀਡੀਅਲ ਟੀਚਿੰਗ। ਤਾਂ ਆਪਣੇ ਕੋਲ 4 ਆਪਸ਼ਨਾਂ ਨੇ, ਇਹਦੇ ਵਿੱਚੋਂ ਆਪਾਂ ਨੇ ਜੋ ਰਾਈਟ ਆਨਸਰ ਬਣਦਾ ਕਿ ਰਿਮੀਡੀਅਲ ਟੀਚਿੰਗ ਕਿਸ ਇਹਨਾਂ ਦੇ ਲਈ ਵਰਤੀ ਜਾਂਦੀ ਹੈ, ਤਾਂ ਇਹਦੇ 'ਚੋਂ ਰਾਈਟ ਆਨਸਰ ਹੋਏਗਾ ਸਲੋ ਲਰਨਰ। ਤਾਂ ਜਿਹੜੀ ਰਿਮੀਡੀਅਲ ਟੀਚਿੰਗ ਹੈ ਉਹ ਸਲੋ ਲਰਨਰ ਦੇ ਲਈ ਇੱਕ ਬੈਨੀਫਿਟ ਦਾ ਕੰਮ ਕਰਦੀ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਕੁਐਸਚਨ ਨੰਬਰ 2, ਪਲੇਵੇ ਮੈਥਡ ਆਫ ਟੀਚਿੰਗ ਇਜ਼ ਬੇਸਡ ਔਨ। ਤਾਂ ਜਿਹੜਾ ਪਲੇਵੇ ਮੈਥਡ ਹੈ ਉਹ ਕਿਸ ਦੇ ਉੱਤੇ ਆਧਾਰਿਤ ਹੈ, ਠੀਕ ਹੈ। ਤਾਂ ਆਪਾਂ ਨੇ ਇਹ ਦੱਸਣਾ ਹੈਗਾ। ਤਾਂ ਇਹਦੇ ਵਿੱਚੋਂ ਥਿਊਰੀ ਆਫ ਮੈਥਡਸ ਆਫ ਟੀਚਿੰਗ, ਜਾਂ ਫਿਰ ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ, ਜਾਂ ਫਿਰ ਸੋਸ਼ੀਓਲੋਜੀਕਲ ਪ੍ਰਿੰਸੀਪਲ ਆਫ ਟੀਚਿੰਗ, ਜਾਂ ਫਿਰ ਫਿਜ਼ੀਕਲ ਐਜੂਕੇਸ਼ਨ ਪ੍ਰੋਗਰਾਮ। ਤਾਂ ਦੇਖੋ ਸਿੰਪਲ ਜੀ ਗੱਲ ਹੈ, ਬੱਚਾ ਕੀ ਕਰੇਗਾ ਜਦੋਂ ਪਲੇਵੇ ਮੈਥਡ ਦਾ ਮਤਲਬ ਇਹ ਹੈ ਵੀ ਉਹ ਨਾਲ ਖੇਡ ਰਿਹਾ ਸਿੱਖ ਰਿਹਾ ਹੈ ਨਾ। ਤਾਂ ਉੱਥੇ ਕੀ ਵੀ ਉਸ ਦੀ ਗਰੋਥ ਅਤੇ ਡਿਵੈਲਪਮੈਂਟ ਦੋਨੇ ਚੀਜ਼ਾਂ ਵਿੱਚ ਜੁੜੀਆਂ ਨੇ, ਠੀਕ ਹੈ ਜੀ। ਗਰੋਥ ਵੀ ਹੋ ਰਹੀ ਹੈ ਅਤੇ ਉਹ ਡਿਵੈਲਪ ਵੀ ਕਰ ਰਿਹਾ ਹੈ। ਤਾਂ ਆਪਣੇ ਕੋਲ B ਆਪਸ਼ਨ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਨੈਕਸਟ ਡਿਸਕਸ ਕਰਦੇ ਹਾਂ ਜੀ, ਕੁਐਸਚਨ ਨੰਬਰ 3, ਹੂ ਵਾਜ਼ ਦਾ ਚੇਅਰਮੈਨ ਆਫ ਨੈਸ਼ਨਲ ਸਟੀਅਰਿੰਗ ਕਮੇਟੀ ਔਨ NCF 2005। ਇਨ ਸ਼ਾਰਟ ਦੇ ਵਿੱਚ NSCB ਤੁਹਾਨੂੰ ਸ਼ਾਇਦ ਲਿਖਿਆ ਮਿਲੇ ਕਿਤੇ, ਠੀਕ ਹੈ, ਨੈਸ਼ਨਲ ਸਟੀਅਰਿੰਗ ਕਮੇਟੀ। ਇਸ ਦੇ ਚੇਅਰਮੈਨ ਕੌਣ ਸੀ? ਤਾਂ ਸਿੰਪਲ ਜਿਹਾ ਕੁਐਸਚਨ ਹੈ ਜੋ ਆਪਾਂ ਨੇ ਕਲਾਸਾਂ ਦੇ ਵਿੱਚ ਡਿਸਕਸ ਕੀਤਾ ਹੋਇਆ, ਪ੍ਰੋਫੈਸਰ ਜਸ਼ਪਾਲ। ਤਾਂ B ਆਪਸ਼ਨ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ, ਠੀਕ ਹੈ ਜੀ। ਤਾਂ ਇੱਥੇ ਇਹ ਵੀ ਤੁਸੀਂ ਧਿਆਨ ਦੇ ਕੇ ਰੱਖਿਓ ਕਿ ਇਸ ਚੀਜ਼ ਤੋਂ ਮਤਲਬ ਇਹਦੇ 'ਚ ਇਹ ਚੀਜ਼ 'ਤੇ ਜ਼ੋਰ ਦਿੱਤਾ ਗਿਆ ਲਰਨਿੰਗ ਬਾਈ ਡੂਇੰਗ 'ਤੇ, ਠੀਕ ਹੈ। ਅਤੇ ਇਸ ਤੋਂ ਬਿਨਾਂ ਲਰਨਿੰਗ ਵਿਦਆਊਟ ਬਰਡਨ, ਉਸ ਦੇ ਬੇਸ 'ਤੇ, ਉਸ ਆਈਡੀ ਦੇ ਬੇਸ 'ਤੇ ਇਹ ਕਮੇਟੀ ਬਣੀ, ਫਿਰ ਉਸ ਦੇ ਬੇਸ 'ਤੇ ਹੀ ਇਹ ਚੀਜ਼ਾਂ ਵਿੱਚ ਐਡ ਕੀਤੀਆਂ ਗਈਆਂ, ਠੀਕ ਹੈ ਜੀ। NCF 2005 ਨੂੰ ਆਪਾਂ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ ਪਹਿਲਾਂ ਕਲਾਸ ਦੇ ਵਿੱਚ। ਥਿਊਰੀ ਵਾਲੀ ਕਲਾਸ ਜ਼ਰੂਰ ਦੇਖ ਲਓ। RTE, ਇਸ ਤੋਂ ਬਿਨਾਂ NCF 2005, ਇਨਕਲੂਸਿਵ ਐਜੂਕੇਸ਼ਨ, ਇਹ ਚੀਜ਼ਾਂ ਆਪਾਂ ਕਰ ਚੁੱਕੇ ਹਾਂ। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ ਆਪਾਂ, RTE 2009 ਇਜ਼ ਫਾਰ ਚਿਲਡਰਨ ਆਫ ਵਿਚ ਏਜ ਗਰੁੱਪ। ਕਿਸ ਏਜ ਗਰੁੱਪ ਦੇ ਬੱਚਿਆਂ ਦੇ ਲਈ RTE ਐਕਟ 2009 ਹੈ ਜਿਹੜਾ ਉਹ ਗੱਲ ਕਰਦਾ ਹੈ। ਮਤਲਬ ਕਿ ਉਹ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਦੀ, ਮਤਲਬ ਕਿ ਮੁਫਤ ਅਤੇ ਲਾਜ਼ਮੀ ਸਿੱਖਿਆ ਦੀ ਗੱਲ ਕਰਦਾ ਹੈ। ਤਾਂ ਕਿਸ ਵਰਗ ਦੇ ਲਈ, ਮਤਲਬ ਕਿਹੜਾ ਏਜ ਗਰੁੱਪ ਜਿਹੜਾ ਇਸ ਦੇ ਵਿੱਚ ਸ਼ਾਮਲ ਹੈ? ਤਾਂ ਸਿੰਪਲ ਜਿਹਾ ਆਨਸਰ ਇਸ ਦੇ ਵਿੱਚ ਹੋ ਜਾਵੇਗਾ 6 ਤੋਂ 14। ਤਾਂ ਇਹ ਤਾਂ ਗੱਲ ਤੁਹਾਨੂੰ ਪਤਾ ਵੀ 6 ਤੋਂ 14 ਤੱਕ ਦੇ ਬੱਚਿਆਂ ਦੀ ਗੱਲ ਕੀਤੀ ਗਈ ਹੈ ਵੀ 6 ਤੋਂ 14 ਸਾਲ ਦੇ ਜਿਹੜੇ ਬੱਚੇ ਉਹਨਾਂ ਨੂੰ ਫਰੀ ਐਜੂਕੇਸ਼ਨ ਦਿੱਤੀ ਜਾਊਗੀ, ਲਾਜ਼ਮੀ ਉਹਨਾਂ ਦੇ ਲਈ, ਠੀਕ ਹੈ। 21 ਇਹ ਗੱਲ ਕਰਦਾ ਹੈ, ਠੀਕ ਹੈ, ਜੋ 86ਵੀਂ ਸੋਧ 2002 ਦੇ ਵਿੱਚ ਐਡ ਕੀਤਾ ਗਿਆ ਸੀ 21A ਐਕਟ, ਠੀਕ ਹੈ। ਉਸ ਦੇ ਅਕੋਰਡਿੰਗ ਇਸ ਦੇ ਵਿੱਚ ਗੱਲ ਕੀਤੀ ਗਈ ਸੀ ਵੀ 6 ਤੋਂ 14 ਸਾਲ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਊਗੀ, ਕੋਈ ਐਡਮਿਸ਼ਨ ਟੈਸਟ ਨਹੀਂ, ਕੋਈ ਐਡਮਿਸ਼ਨ ਫੀਸ ਨਹੀਂ, ਠੀਕ ਹੈ। ਟੀਚਰ ਕੁੱਟ ਮਾਰ ਨਹੀਂ ਸਕਦਾ, ਇਹ ਸਭ ਚੀਜ਼ਾਂ ਕੀਤੀਆਂ ਗਈਆਂ ਸੀ, ਕਹੀਆਂ ਗਈਆਂ ਸੀ। ਮਤਲਬ 6 ਤੋਂ 14 ਸਾਲ ਦੇ ਬੱਚੇ ਦੀ ਤਾਂ ਗੱਲ ਕੀਤੀ ਗਈ ਸੀ, ਪਰ ਜੋ ਬੱਚੇ ਮਤਲਬ ਕਿਸੇ ਵੀ ਤਰੀਕੇ ਨਾਲ ਡਿਸੇਬਲ ਨੇ ਤਾਂ ਉਹਨਾਂ ਦੇ ਲਈ 6 ਤੋਂ 18 ਸਾਲ ਦਾ ਏਜ ਗਰੁੱਪ ਤੈਅ ਕੀਤਾ ਗਿਆ ਹੈ। ਇਸ ਚੀਜ਼ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖੋਗੇ, ਠੀਕ ਹੈ ਜੀ। ਤਾਂ ਨੈਕਸਟ ਆਪਾਂ ਡਿਸਕਸ ਕਰਦੇ ਹਾਂ, ਵਿਚ ਆਫ ਫੋਲੋਇੰਗ ਇਜ਼ ਨਾਟ ਅ ਫਿਜ਼ੀਓਲੋਜੀਕਲ ਮੋਟਿਵ। ਮਤਲਬ ਕਿ ਸਰੀਰਕ ਪ੍ਰਯੋਜਨ ਕਹਿ ਲਓ ਜਾਂ ਸਰੀਰਕ ਕਹਿ ਸਕਦੇ ਹਾਂ ਮਨੋਰਥ ਕਿਹੜਾ ਨਹੀਂ ਹੈ? ਅਚੀਵਮੈਂਟ, ਹੰਗਰ, ਸਲੀਪ ਜਾਂ ਥਰਸਟ। ਤਾਂ ਇਹਦੇ ਵਿੱਚੋਂ ਸਾਡਾ ਰਾਈਟ ਆਨਸਰ ਹੋਏਗਾ ਅਚੀਵਮੈਂਟ। ਹੁਣ ਤੁਸੀਂ ਦੇਖੋ, ਜੇ ਕਿਸੇ ਨੂੰ ਅਚੀਵਮੈਂਟ ਨਾ ਹੋਈ ਇਹਦਾ ਮਤਲਬ ਉਸ ਦੀ ਮੌਤ ਤਾਂ ਨਹੀਂ ਹੋਣ ਲੱਗੀ। ਕਿਸੇ ਨੂੰ ਭੁੱਖ ਹੈ, ਭੁੱਖ ਨਾਲ ਮੌਤ ਵੀ ਹੋ ਸਕਦੀ ਹੈ। ਨੀਂਦ ਨਾ ਆਈ, ਹੈ ਨਾ, ਸੋਇਆ ਨਾ, ਇਹ ਕੀ ਨੇ ਸਰੀਰਕ ਲੋੜਾਂ ਨੇ, ਇਹਨਾਂ ਦੇ ਨਾਲ ਵੀ ਮੌਤ ਹੋ ਸਕਦੀ ਹੈ। ਥਰਸਟ ਦੇ ਨਾਲ ਮੌਤ ਹੋ ਸਕਦੀ ਹੈ। ਤਾਂ ਇਹ ਸਭ ਚੀਜ਼ਾਂ ਨਾਲ ਮੌਤ ਹੋ ਸਕਦੀ ਹੈ। ਜਿਹੜੀਆਂ ਚੀਜ਼ਾਂ ਦੇ ਬਿਨਾਂ ਆਪਾਂ ਮਰ ਸਕਦੇ ਹਾਂ ਉਹ ਕੀ ਨੇ? ਆਪਣੀਆਂ ਫਿਜ਼ੀਓਲੋਜੀਕਲ ਨੀਡਸ ਕਹਿ ਲਓ, ਮੋਟਿਵਸ ਕਹਿ ਲਓ ਨਹੀਂ, ਠੀਕ ਹੈ। ਅਤੇ ਅਚੀਵਮੈਂਟ ਜਿਹੜੀ ਇਹ ਜਸਟ ਆਪਾਂ ਕਹਿ ਸਕਦੇ ਇੱਕ ਸੋਸ਼ਲ, ਠੀਕ ਹੈ, ਕੀ ਕਹਿ ਸਕਦੇ ਵੀ ਇਹ ਕੀ ਸੋਸ਼ਲ ਮੋਟਿਵ ਹੈ, ਇੱਦਾਂ ਆਪਾਂ ਇਸ ਨੂੰ ਕਹਿ ਸਕਦੇ ਹਾਂ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਕੁਐਸਚਨ ਨੰਬਰ 6। ਕੁਐਸਚਨ ਨੰਬਰ 6 ਤੁਹਾਡੇ ਸਾਹਮਣੇ ਹੈ ਜੀ, ਅਕੋਰਡਿੰਗ ਟੂ NCF 2005 ਦਾ ਮੇਨ ਗੋਲ ਆਫ ਮੈਥੇਮੈਟਿਕਸ ਐਜੂਕੇਸ਼ਨ ਇਜ਼। ਤਾਂ ਇਸ ਤਰ੍ਹਾਂ ਦੇ ਕੁਐਸਚਨ ਮੈਥ ਪੈਡਾਗੋਜੀ ਦੇ ਵਿੱਚ ਤੁਹਾਨੂੰ ਕੰਮ ਦੇ ਸਕਦੇ ਨੇ। ਤਾਂ NCF 2005 ਦੇ ਅਨੁਸਾਰ ਗਣਿਤ ਸਿੱਖਿਆ ਦਾ ਕੀ ਉਦੇਸ਼ ਸੀ?
ਟ੍ਰੇਨਿੰਗ ਆਫ ਟੀਚਰਸ ਕਲਾਸਰੂਮ ਲਰਨਿੰਗ, ਜਾਂ ਫਿਰ ਮੈਥੇਮੇਟਾਈਜੇਸ਼ਨ ਆਫ ਚਿਲਡਰਨਸ ਥਿੰਕਿੰਗ, ਜਾਂ ਫਿਰ ਕੋਰਸ ਕੰਟੈਂਟ ਆਫ ਮੈਥੇਮੈਟਿਕਸ। ਤਾਂ ਇਹਦੇ 'ਚੋਂ ਸਿੰਪਲ ਜੀ ਗੱਲ ਹੋ ਜਾਏਗੀ ਮੈਥੇਮੇਟਾਈਜੇਸ਼ਨ ਆਫ ਚਿਲਡਰਨ ਥਿੰਕਿੰਗ, ਜਿਹੜੇ ਬੱਚੇ ਨੇ ਉਹਨਾਂ ਦੀ ਸੋਚ ਦਾ ਗਣਿਤੀਕਰਨ ਕਰਨਾ, ਇਹ ਕੀ ਸੀ ਇਸ ਦੇ ਵਿੱਚ NCF 2005 ਦੇ ਵਿੱਚ ਇੱਕ ਮੇਨ ਗੋਲ ਫਿਕਸ ਕੀਤਾ ਗਿਆ ਸੀ। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਕੁਐਸਚਨ ਨੰਬਰ 7। ਤਾਂ 7 ਨੰਬਰ ਕੁਐਸਚਨ ਹੈ ਜੀ, ਲਰਨਿੰਗ ਥਰੂ ਰਿਵਾਰਡ ਐਂਡ ਪਨਿਸ਼ਮੈਂਟ ਇਜ਼ ਰਿਲੇਟਡ ਟੂ ਵਿਚ ਥਿਊਰੀ ਆਫ ਲਰਨਿੰਗ। ਤਾਂ ਲਰਨਿੰਗ ਦੀ ਕਿਸ ਥਿਊਰੀ ਦੇ ਵਿੱਚ ਰਿਵਾਰਡ ਐਂਡ ਪਨਿਸ਼ਮੈਂਟ ਦੀ ਗੱਲ ਕੀਤੀ ਗਈ ਹੈ, ਯਾਨੀ ਕਿ ਇਨਾਮ ਅਤੇ ਸਜ਼ਾ ਦੁਆਰਾ ਸਿੱਖਣਾ ਕਿਸ ਸਿਧਾਂਤ ਦੀ ਸਿਖਲਾਈ ਦੇ ਨਾਲ ਸੰਬੰਧਿਤ ਹੈ। ਤੁਹਾਡੇ ਸਾਹਮਣੇ ਅਲੱਗ-ਅਲੱਗ ਆਪਸ਼ਨਾਂ ਲਿਖੀਆਂ ਪਈਆਂ ਨੇ, ਤਾਂ ਤੁਸੀਂ ਇਹਨਾਂ ਦੇ ਵਿੱਚ ਜੋ ਵੀ ਤੁਹਾਡਾ ਰਾਈਟ ਆਨਸਰ ਬਣਦਾ ਤੁਸੀਂ ਦੱਸੋਗੇ। ਸੋਸ਼ਲ ਲਰਨਿੰਗ, ਜਾਂ ਫਿਰ ਅਪਰੈਂਟ ਕੰਡੀਸ਼ਨਿੰਗ, ਜਾਂ ਫਿਰ ਕਲਾਸੀਕਲ ਕੰਡੀਸ਼ਨਿੰਗ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਕੋਗਨੀਟਿਵ। ਇਹਨਾਂ ਦੇ ਵਿੱਚੋਂ ਤੁਸੀਂ ਜੋ ਵੀ ਰਾਈਟ ਆਨਸਰ ਤੁਹਾਡਾ ਬਣਦਾ ਤਾਂ ਇੱਕ ਵਾਰ ਪਲੀਜ਼ ਕਮੈਂਟ ਬਾਕਸ ਵਿੱਚ ਦੱਸੋ, ਠੀਕ ਹੈ। ਅਤੇ ਇਸ ਦੇ ਵਿੱਚ ਮਤਲਬ ਇਹ ਚੀਜ਼ ਹੈ ਨਾ ਜਿਹੜੀ ਇਹ ਲਰਨਿੰਗ ਵਾਲੀ ਆਪਾਂ ਡਿਟੇਲ ਦੇ ਵਿੱਚ ਟੌਪਿਕ, ਉਹਦੇ ਵਿੱਚ ਇਹ ਚੀਜ਼ਾਂ ਆਪਾਂ ਡਿਸਕਸ ਕੀਤੀਆਂ ਸੀ, ਠੀਕ ਹੈ ਜੀ। ਤਾਂ ਉੱਥੇ ਤੋਂ ਹੀ ਇਹ ਚੀਜ਼ ਆਪਾਂ ਨੇ ਲਈ ਹੈ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਪਲੀਜ਼ ਕਮੈਂਟ ਬਾਕਸ ਦੇ ਵਿੱਚ ਵੀ ਤੁਸੀਂ ਨਾਲ ਦੀ ਨਾਲ ਦੱਸੋਗੇ। ਤਾਂ ਇੱਥੇ ਗੱਲ ਕੀਤੀ ਗਈ ਹੈ ਕਿ ਰਿਵਾਰਡ ਐਂਡ ਪਨਿਸ਼ਮੈਂਟ ਦੀ। ਤਾਂ ਰਿਵਾਰਡ ਅਤੇ ਪਨਿਸ਼ਮੈਂਟ ਦਾ ਜਿਹੜਾ ਕੰਸੈਪਟ ਹੈ ਇਹ ਆਪਾਂ ਨੇ ਦੱਸਣਾ ਹੈਗਾ ਇਸ ਦੇ ਵਿੱਚ। ਤਾਂ ਇਸ ਦੇ ਵਿੱਚ ਆਪਾਂ ਸਿਲੈਕਟ ਕਰਾਂਗੇ ਕਿ ਰਿਵਾਰਡ ਐਂਡ ਪਨਿਸ਼ਮੈਂਟ। ਤਾਂ ਦੇਖੋ ਇਹ SR ਵਾਲੀਆਂ ਥਿਊਰੀਆਂ ਦੇ ਵਿੱਚੋਂ ਨੇ, ਪਹਿਲਾਂ ਇਹ ਚੀਜ਼ ਤਾਂ ਤੁਸੀਂ ਸਮਝ ਗਏ ਹੋਵੋਗੇ, ਸਟਿਮੂਲਸ ਰਿਸਪੌਂਸ ਦੇ ਵਿੱਚੋਂ ਹੈ, ਠੀਕ ਹੈ। ਤਾਂ ਰਿਵਾਰਡ ਅਤੇ ਪਨਿਸ਼ਮੈਂਟ ਦਾ ਆਪਾਂ ਸਕਿਨਰ ਦੇ ਅਕੋਰਡਿੰਗ ਕਹਿ ਸਕਦੇ ਹਾਂ ਵੀ ਉਹ ਗੱਲ ਕਰਦਾ ਹੈ, ਠੀਕ ਹੈ। ਓਪਰੈਂਟ ਕੰਡੀਸ਼ਨਿੰਗ ਥਿਊਰੀ ਹੈ ਜਿਹੜੀ ਸਕਿਨਰ ਦੀ, ਠੀਕ ਹੈ, ਜਿਹਨੂੰ ਆਪਾਂ ਇੰਸਟਰੂਮੈਂਟਲ ਕੰਡੀਸ਼ਨਿੰਗ ਥਿਊਰੀ ਵੀ ਆਖ ਦਿੰਦੇ ਹਾਂ। ਤਾਂ ਇਸ ਨੂੰ ਆਪਾਂ ਸਿਲੈਕਟ ਕਰਾਂਗੇ। ਇਸ ਦੇ ਵਿੱਚ ਉਹ ਕੀ ਗੱਲ ਕਰਦਾ ਹੈ, ਮਤਲਬ ਜਦੋਂ ਉਹ ਸਿਧਾਂਤ ਕਰਦਾ ਹੈ, ਕਹਿੰਦਾ ਪਹਿਲਾਂ ਉਸਨੇ ਕੀ ਕੀਤਾ, ਮਤਲਬ ਕਿ ਪਹਿਲਾਂ ਉਸਨੇ ਰਿਸਪੌਂਸ ਕੀਤਾ, ਫਿਰ ਉਸ ਨੂੰ ਕੀ ਮਿਲਿਆ, ਸਟਿਮੂਲਸ ਪ੍ਰਾਪਤ ਹੋਇਆ, ਠੀਕ ਹੈ। ਤਾਂ ਇਸ ਬੇਸ 'ਤੇ ਇਹਦੇ ਵਿੱਚ ਇਹ ਗੱਲ ਕੀਤੀ ਗਈ ਹੈ। ਅਤੇ ਜੇਕਰ ਕਹਿੰਦਾ ਵੀ ਰਿਸਪੌਂਸ ਤੋਂ ਬਾਅਦ ਸਟਿਮੂਲਸ ਨੈਗੇਟਿਵ ਮਿਲ ਗਿਆ, ਫੋਰ ਐਗਜ਼ਾਮਪਲ ਵੀ ਬਾਹਰ ਆ ਕੇ ਉਸਨੂੰ ਪਨਿਸ਼ਮੈਂਟ ਦਿੱਤੀ ਗਈ, ਠੀਕ ਹੈ, ਤਾਂ ਉਹ ਨੈਕਸਟ ਟਾਈਮ ਰਿਸਪੌਂਸ ਨਹੀਂ ਕਰੇਗਾ। ਬਾਹਰ ਆ ਕੇ ਉਸਨੂੰ ਰਿਵਾਰਡ ਦਿੱਤਾ ਗਿਆ, ਇਨਾਮ ਦਿੱਤਾ ਗਿਆ, ਤਾਂ ਉਹ ਰਿਸਪੌਂਸ ਕਰੇਗਾ। ਫੋਰ ਐਗਜ਼ਾਮਪਲ ਜਿਵੇਂ ਉਹ ਚੂਹੇ ਦੀ ਗੱਲ ਕਰਦਾ ਸੀ, ਇਸ ਤੋਂ ਬਿਨਾਂ ਆਪਾਂ ਬੱਚੇ 'ਤੇ ਲਗਾ ਲਓ ਵੀ ਬੱਚੇ ਨੇ ਕੋਈ ਵਧੀਆ ਕੰਮ ਕਰਤਾ, ਰਿਸਪੌਂਸ ਕਰਿਆ ਕੋਈ ਚੀਜ਼ ਦਾ ਵਧੀਆ, ਤੁਸੀਂ ਉਸ ਨੂੰ ਸ਼ਾਬਾਸ਼ ਦਿੱਤਾ, ਕਿਹਾ ਵੀ ਸ਼ਾਬਾਸ਼ ਵੈਰੀ ਗੁੱਡ, ਤਾਂ ਜਾਂ ਉਸ ਨੂੰ ਤੁਸੀਂ ਕੋਈ ਇਨਾਮ ਦੇਤਾ, ਤਾਂ ਉਹ ਬੱਚਾ ਉਹ ਕੰਮ ਦੁਬਾਰੇ ਕਰੇਗਾ। ਪਰ ਜੇਕਰ ਤੁਸੀਂ ਨੇ ਕੋਈ ਕੰਮ ਕਰਨ 'ਤੇ ਬੱਚੇ ਨੇ ਕੋਈ ਸਵਾਲ ਪੁੱਛ ਲਿਆ ਸੀ, ਉਸ ਨੂੰ ਤੁਸੀਂ ਝਿੜਕ ਕੇ ਬਿਠਾਤਾ, ਤਾਂ ਉਹ ਅਗਲੀ ਵਾਰ ਕੋਸ਼ਿਸ਼ ਹੀ ਨਹੀਂ ਕਰੇਗਾ ਸਵਾਲ ਪੁੱਛਣ ਦੀ, ਕੋਈ ਵੀ ਕੰਮ ਹੈ ਉਹ ਦੁਬਾਰਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰੇਗਾ। ਤਾਂ ਇਸ ਤਰੀਕੇ ਨਾਲ ਆਪਾਂ ਅਪਰੈਂਟ ਕੰਡੀਸ਼ਨਿੰਗ ਵਾਲੀ ਆਪਸ਼ਨ ਨੂੰ ਸਿਲੈਕਟ ਕਰਾਂਗੇ। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਕੁਐਸਚਨ ਨੰਬਰ 8। ਵਿਚ ਆਫ ਫੋਲੋਇੰਗ ਇਜ਼ ਨਾਟ ਅ ਪ੍ਰੋਸੈਸ ਰਿਲੇਟਡ ਟੂ ਲਰਨਿੰਗ ਡਿਊਰਿੰਗ ਚਾਈਲਡਹੁੱਡ। ਤਾਂ ਚਾਈਲਡਹੁੱਡ ਦੇ ਦੌਰਾਨ ਤੁਸੀਂ ਨੇ ਇਹ ਦੱਸਣਾ ਹੈਗਾ ਵਿਚ ਆਫ ਫੋਲੋਇੰਗ ਇਜ਼ ਨਾਟ ਏ ਪ੍ਰੋਸੈਸ ਰਿਲੇਟਡ ਟੂ ਲਰਨਿੰਗ ਡਿਊਰਿੰਗ ਚਾਈਲਡਹੁੱਡ। ਇਹਨਾਂ ਵਿੱਚੋਂ ਕਿਹੜੀ ਪ੍ਰਕਿਰਿਆ ਬਚਪਨ ਵਿੱਚ ਸਿੱਖਣ ਨਾਲ ਸੰਬੰਧਿਤ ਨਹੀਂ ਹੈ। ਤਾਂ ਬਚਪਨ ਵਿੱਚ, ਠੀਕ ਹੈ, ਚਾਈਲਡਹੁੱਡ ਦੇ ਨਾਲ ਰਿਲੇਟਡ ਕਿਹੜੀ ਨਹੀਂ ਹੈਗੀ, ਇਹ ਆਪਾਂ ਨੇ ਇਸ ਦੇ ਵਿੱਚ ਦੱਸਣਾ ਹੈ। ਪਾਸਟ ਐਕਸਪੀਰੀਅੰਸ, ਰਿਫਲੈਕਸ਼ਨ, ਇਮੈਜੀਨੇਸ਼ਨ, ਜਾਂ ਫਿਰ ਆਰਗੂਮੈਂਟ। ਇਹਦੇ 'ਚੋਂ ਜੋ ਵੀ ਤੁਹਾਡਾ ਰਾਈਟ ਆਨਸਰ ਬਣਦਾ ਤਾਂ ਉਹ ਆਪਾਂ ਨੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈਗਾ, ਠੀਕ ਹੈ। ਤਾਂ ਇਹਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ, ਇਹਨਾਂ ਨੇ ਗੱਲ ਕੀਤੀ ਹੈ ਇੱਥੇ, ਇਹਨਾਂ ਨੇ ਇੱਥੇ ਗੱਲ ਕੀਤੀ ਹੈ ਚਾਈਲਡਹੁੱਡ ਦੇ ਨਾਲ ਰਿਲੇਟਡ ਕਿਹੜੀ ਨਹੀਂ ਹੈਗੀ। ਤਾਂ ਇਸ ਕੁਐਸਚਨ ਦੇ ਵਿੱਚ ਚਾਈਲਡਹੁੱਡ ਨਾਲ ਰਿਲੇਟਡ ਪੁੱਛਿਆ, ਜੇਕਰ ਆਪਾਂ ਗੱਲ ਕਰੀਏ ਇਮੈਜੀਨੇਸ਼ਨ, ਆਰਗੂਮੈਂਟ, ਰਿਫਲੈਕਸ਼ਨ, ਪਾਸਟ ਐਕਸਪੀਰੀਅੰਸ, ਕੁਐਸਚਨ ਦੇ ਵਿੱਚ ਹੀ ਥੋੜ੍ਹੀ ਜਿਹੀ ਗੜਬੜ ਹੈਗੀ, ਠੀਕ ਹੈ। ਤਾਂ ਇਹ ਕੁਐਸਚਨ ਸੀ ਜਿਹੜਾ ਮਤਲਬ ਹੁਣ ਵੈਸੇ ਤਾਂ ਅਸੀਂ ਪ੍ਰੀਵੀਅਸ ਈਅਰ ਦੇ ਵਿੱਚੋਂ ਹੀ ਚੱਕਿਆ ਸੀ, ਠੀਕ ਹੈ। ਤਾਂ ਮੇ ਵੀ ਉਹਨਾਂ ਨੂੰ ਬਾਅਦ ਵਿੱਚ ਕੁਛ ਕਰੈਕਸ਼ਨ ਵਗੈਰਾ ਕੀਤੀ ਗਈ ਹੋਵੇ, ਕਿਉਂਕਿ ਆਪਾਂ ਚਾਈਲਡਹੁੱਡ ਦੇ ਨਾਲ ਰਿਲੇਟਡ ਇਮੈਜੀਨੇਸ਼ਨ, ਪਾਸਟ ਮਤਲਬ ਸਭ ਚੀਜ਼ਾਂ ਨੇ ਜਿਹੜੀਆਂ, ਜਿਵੇਂ ਹੁਣ ਮਤਲਬ ਇੰਨੀ ਕਲੈਰਿਟੀ ਨਹੀਂ ਇਸ ਚੀਜ਼ ਦੇ ਵਿੱਚ ਹੈਗੀ, ਹੈ ਨਾ, ਕਿਉਂਕਿ ਰਿਫਲੈਕਸ਼ਨ ਵਗੈਰਾ, ਇਮੈਜੀਨੇਸ਼ਨ ਵਗੈਰਾ, ਇਹਨਾਂ ਨੂੰ ਆਪਾਂ ਕਿਤੇ ਹੱਦ ਤੱਕ ਇਗਨੋਰ ਹੀ ਕਰ ਦਿੰਦੇ ਹਾਂ ਚਾਈਲਡਹੁੱਡ ਦੇ ਵਿੱਚ, ਠੀਕ ਹੈ। ਤਾਂ ਕੁਐਸਚਨ ਹੈ ਜਿਹੜਾ ਥੋੜ੍ਹਾ ਜਿਹਾ ਗੜਬੜ ਹੈ, ਇਹਨੂੰ ਥੋੜ੍ਹਾ ਜਿਹਾ ਇੱਕ ਵਾਰ ਇੱਥੇ ਪੈਂਡਿੰਗ ਰੱਖ ਲਿਓ, ਠੀਕ ਹੈ। ਤਾਂ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ, ਕੁਐਸਚਨ ਨੰਬਰ 9। ਮਿਡ ਟਰਮ ਐਗਜ਼ਾਮ ਹੈ ਜਿਹੜਾ ਉਹ ਕਿਸ ਦੀ ਐਗਜ਼ਾਮਪਲ ਹੈ, ਠੀਕ ਹੈ। ਤਾਂ ਮਿਡ ਟਰਮ ਜਿਹੜਾ ਐਗਜ਼ਾਮ ਹੈ ਉਹ ਕਿਸ ਦੀ ਐਗਜ਼ਾਮਪਲ ਹੈ, ਕ੍ਰੀਏਟਿਵ ਅਸੈਸਮੈਂਟ ਦੀ ਹੈ, ਜਾਂ ਫਿਰ ਨੋਮ ਰਿਫਰੈਂਸਡ ਅਸੈਸਮੈਂਟ ਦੀ ਹੈ, ਸਮਿਟਿਵ ਅਸੈਸਮੈਂਟ ਦੀ ਹੈ, ਜਾਂ ਫਿਰ ਡਾਇਗਨੋਸਟਿਕ ਅਸੈਸਮੈਂਟ ਦੀ ਹੈ। ਤਾਂ ਹੁਣ ਜਦੋਂ ਮਿਡ ਟਰਮ ਦੇ ਪੇਪਰ ਹੋ ਰਹੇ ਹੋਣ ਤਾਂ ਬੱਚੇ ਕੀ ਆਖਦੇ ਹੁੰਦੇ ਨੇ, ਜਿਵੇਂ ਸਕੂਲਾਂ 'ਚ ਹੁੰਦੇ ਨੇ SA1, ਇੱਕ ਹੁੰਦਾ SA2, ਹੁਣ SA ਕੀ ਹੈ, ਸਮਿਟਿਵ ਅਸੈਸਮੈਂਟ। ਜਦੋਂ ਹੁਣ ਮਿਡ ਟਰਮ ਦੇ ਵਿੱਚ ਹੋ ਸਕਦਾ ਸਤੰਬਰ ਦੇ ਵਿੱਚ ਪੇਪਰ ਹੋਣ ਲੱਗ ਰਹੇ ਨੇ ਵੀ
ਅੱਧਾ ਸਿਲੇਬਸ ਹੋ ਗਿਆ ਬੱਚਿਆਂ ਦਾ ਮਿਡ ਟਰਮ ਹੈ ਉਹ, ਤਾਂ ਉਹਨੂੰ ਆਪਾਂ ਐਸੇ ਤਾਂ ਆਖਦੇ ਹਾਂ, ਸਮਿਟਿਵ ਅਸੈਸਮੈਂਟ ਤਾਂ ਆਖਦੇ ਹਾਂ, ਠੀਕ ਹੈ। ਸਮਿਟਿਵ ਅਸੈਸਮੈਂਟ ਸਾਲ ਦੇ ਵਿੱਚ 2 ਵਾਰ ਜਾਂ 1 ਵਾਰ ਹੀ ਹੁੰਦੀ ਹੈ, ਠੀਕ ਹੈ। ਹੋ ਸਕਦਾ ਹੈ ਮਤਲਬ ਐਨੂਅਲ ਸਿਸਟਮ ਹੋਵੇ ਤਾਂ ਲਾਸਟ ਵਿੱਚ ਹੋਏਗੀ, ਜਿਹਨੂੰ ਆਪਾਂ ਐਸੇ ਕਹਾਂਗੇ, ਜਾਂ ਫਿਰ ਕੀ ਹੁੰਦਾ SA1 SA2 ਇੱਦਾਂ ਵੀ ਹੁੰਦੇ ਨੇ ਐਗਜ਼ਾਮ, ਤੁਸੀਂ ਵੀ ਦੇਖਦੇ ਹੀ ਹੋਵੋਗੇ ਸਕੂਲਾਂ 'ਚ। ਇਹ ਸਿੰਪਲ ਆਮ ਜੀ ਗੱਲ ਸੀ। ਤਾਂ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ ਕੁਐਸਚਨ ਨੰਬਰ 10, ਵਿਚ ਡਿਜ਼ੀਜ਼ ਇਜ਼ ਹੈਰੀਡੇਟਰੀ, ਖਾਨਦਾਨੀ ਬਿਮਾਰੀ ਇਹਨਾਂ 'ਚੋਂ ਕਿਹੜੀ ਆਪਾਂ ਨੇ ਇਹ ਡਿਜ਼ੀਜ਼ ਆਪਾਂ ਨੇ ਦੱਸਣੀ ਹੈਗੀ। ਤਾਂ ਇਹਦੇ 'ਚ ਆਪਸ਼ਨ ਬੀ ਆਪਣੇ ਕੋਲ ਰਾਈਟ ਆਨਸਰ ਹੋ ਜਾਵੇਗਾ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਵਿਚ ਆਫ ਫੋਲੋਇੰਗ ਇਜ਼ ਅ ਪਰਫਾਰਮੈਂਸ ਟੈਸਟ ਆਫ ਇੰਟੈਲੀਜੈਂਸ, ਹੇਠ ਲਿਖਿਆਂ ਵਿੱਚੋਂ ਕਿਹੜਾ ਬੁੱਧੀ ਦੀ ਕਾਰਗੁਜ਼ਾਰੀ ਦਾ ਟੈਸਟ ਹੈ। ਤਾਂ ਆਪਣੇ ਕੋਲ ਇਹਦੇ ਵਿੱਚੋਂ 11 ਨੰਬਰ ਜੋ ਕੁਐਸਚਨ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਆਪਸ਼ਨ ਏ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਵਿਚ ਟੈਸਟਸ ਆਰ ਡਿਜ਼ਾਈਨਡ ਟੂ ਮੇਜ਼ਰ ਦਾ ਇਫੈਕਟ ਆਫ ਸਪੈਸੀਫਿਕ ਪ੍ਰੋਗਰਾਮ ਔਰ ਟ੍ਰੇਨਿੰਗ। ਤਾਂ ਇਹਦੇ ਵਿੱਚੋਂ ਆਪਾਂ ਦੱਸਣਾ ਹੈਗਾ ਕਿ ਕਿਹੜੇ ਟੈਸਟ ਨੇ ਜਿਹੜੇ ਉਹ ਸਿਖਲਾਈ ਜਾਂ ਪ੍ਰੋਗਰਾਮ ਦਾ ਪ੍ਰਭਾਵ ਮਾਪਣ ਲਈ ਤਿਆਰ ਕੀਤੇ ਜਾਂਦੇ ਨੇ। ਤਾਂ ਹੁਣ ਦੇਖੋ ਅਚੀਵਮੈਂਟ ਟੈਸਟ ਆਪਾਂ ਇੱਥੇ ਕਹਿ ਸਕਦੇ ਹਾਂ, ਕਿਉਂਕਿ ਹੁਣ ਬੱਚੇ ਨੇ ਮਤਲਬ ਕੋਈ ਪ੍ਰੋਗਰਾਮ ਸੀ, ਕੋਈ ਟ੍ਰੇਨਿੰਗ ਸੀ, ਉਸ ਦਾ ਕੀ ਪ੍ਰਭਾਵ ਪਿਆ, ਮਤਲਬ ਕਿ ਆਪਾਂ ਕਹਿ ਦਿੰਦੇ ਵੀ ਤਾਂ ਇੱਥੇ ਤੋਂ ਕੀ ਖੱਟਿਆ, ਕੀ ਅਚੀਵ ਕੀਤਾ, ਕੀ ਪ੍ਰਾਪਤ ਕੀਤਾ, ਤਾਂ ਉਹਨਾਂ ਨੂੰ ਅਚੀਵਮੈਂਟ ਟੈਸਟ ਆਪਾਂ ਕਹਿ ਸਕਦੇ ਹਾਂ। ਉਹ ਮਾਪਦੇ ਆਪਾਂ ਉੱਥੇ ਮੇਜ਼ਰ ਕਰ ਰਹੇ ਹਾਂ ਉਹਨਾਂ ਨੂੰ ਵੀ ਕੀ ਚੀਜ਼ ਇਹਦਾ ਪ੍ਰਭਾਵ ਕਿੰਨਾ ਪਿਆ, ਹੈ ਨਾ। ਤਾਂ ਇਹ ਕੀ ਹੋਏਗਾ, ਅਚੀਵਮੈਂਟ ਇਹਦੇ ਵਿੱਚ ਬੈਸਟ ਆਪਸ਼ਨ ਰਹੇਗੀ। ਨੈਕਸਟ ਕੁਐਸਚਨ, ਐਟ ਵਿਚ ਸਟੇਜ ਆਫ ਡਿਵੈਲਪਮੈਂਟ ਐਨ ਇੰਡੀਵਿਜੂਅਲ ਫੇਸਿਸ ਦਾ ਪ੍ਰੋਬਲਮ ਆਫ ਵੋਕੇਸ਼ਨਲ ਐਡਜਸਟਮੈਂਟ, ਮਤਲਬ ਕਿ ਕਿੱਤੇ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਦੋਂ ਕਰਦਾ ਕੋਈ ਵਿਅਕਤੀ। ਤਾਂ ਸਿੰਪਲ ਜੀ ਗੱਲ ਹੈ ਐਡੋਲਸੈਂਸ 'ਤੇ। ਹੁਣ ਓਲਡ ਏਜ ਦੇ ਵਿੱਚ ਤਾਂ ਉਹ ਕਿੱਤੇ ਕੁੱਤੇ ਕਰਕੇ ਹਟ ਜਾਂਦਾ, ਜਿਹੜੇ ਵੀ ਉਸਨੇ ਮਤਲਬ ਕਿੱਤਾ ਚੁਣਨਾ ਸੀ, ਰੁਜ਼ਗਾਰ ਜੋ ਵੀ ਮਤਲਬ ਕੰਮ ਕਰਨਾ ਸੀ, ਹੈ ਨਾ, ਤਾਂ ਉਹ ਕਰਕੇ ਹਟ ਜਾਂਦਾ ਹੈ। ਚਾਈਲਡਹੁੱਡ ਦੇ ਵਿੱਚ ਹਾਲੇ ਪਤਾ ਨਹੀਂ ਉਸਨੂੰ, ਇਨਫੈਂਸੀ 'ਚ ਵੀ ਨਹੀਂ ਪਤਾ, ਤਾਂ ਐਡੋਲਸੈਂਸ ਦਾ ਬੈਸਟ ਆਪਸ਼ਨ ਹੈ ਆਪਣੇ ਕੋਲ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ, ਦਾ ਸਾਈਕੋਲੋਜੀਕਲ ਬੇਸਿਸ ਆਫ ਟੀਚਿੰਗ ਲਰਨਿੰਗ ਡਿਪੈਂਡਸ ਔਨ। ਤਾਂ ਸਾਈਕੋਲੋਜੀਕਲ ਬੇਸਿਸ ਦੱਸਣ ਆਪਾਂ ਨੇ TL, ਮਤਲਬ ਜਿਹੜਾ ਪ੍ਰੋਸੈਸ ਹੈ ਇਹ ਟੀਚਿੰਗ ਲਰਨਿੰਗ ਪ੍ਰੋਸੈਸ TLP, ਹੈ ਨਾ, ਵੀ ਇਹ ਡਿਪੈਂਡਸ ਹੈ। ਤਾਂ ਇਹ ਟੀਚਿੰਗ ਸਟਾਈਲ ਦੇ ਉੱਤੇ ਡਿਪੈਂਡ ਹੈ, ਨੋ ਪ੍ਰੋਬਲਮ। 14 ਦਾ ਆਪਸ਼ਨ ਇਹ ਮਤਲਬ ਉਲਟ ਲਿਖੀਆਂ ਗਈਆਂ, ਇਹ ਆਪਸ਼ਨ A ਹੈ, ਇਹ ਆਪਸ਼ਨ B ਇੱਦਾਂ ਲਿਖ ਲਓ ਇਹਨੂੰ, ਹੈ ਨਾ। ਇਹ A ਆਪਸ਼ਨ, ਇਹ B ਆਪਸ਼ਨ, ਬਸ ਤੁਸੀਂ ਇਹ 'ਤੇ ਫੋਕਸ ਕਰਨਾ ਸੀ ਵੀ ਟੀਚਿੰਗ ਸਟਾਈਲ ਇਸ ਦਾ ਰਾਈਟ ਆਨਸਰ ਹੋ ਜਾਵੇਗਾ। ਤਾਂ ਨੈਕਸਟ ਕੁਐਸਚਨ ਡਿਸਕਸ ਕਰ ਰਹੇ ਹਾਂ ਜੀ, ਅਕੋਰਡਿੰਗ ਟੂ RTE ਐਕਟ 2009, ਓਕੇ। ਤਾਂ ਪੀਪਲ ਟੀਚਰ ਦੀ ਰੇਸ਼ੋ, ਮਤਲਬ ਕਿ ਵਿਦਿਆਰਥੀ ਤਾਂ ਸਟੂਡੈਂਟ ਅਤੇ ਟੀਚਰ, ਇਹਨਾਂ ਦੀ ਰੇਸ਼ੋ ਕਿੰਨੀ ਹੋਏਗੀ ਪ੍ਰਾਇਮਰੀ ਪੱਧਰ 'ਤੇ। ਤਾਂ ਪ੍ਰਾਇਮਰੀ ਸਕੂਲ ਦੇ ਵਿੱਚ ਆਪਾਂ ਨੇ ਕਿੰਨੀ ਪੜ੍ਹੀ ਸੀ, ਸਿੰਪਲ ਜੀ ਗੱਲ ਹੈ, ਆਪਾਂ ਨੇ 30:1 ਦੀ ਰੇਸ਼ੋ ਪੜ੍ਹੀ ਸੀ। 30 ਵਿਦਿਆਰਥੀਆਂ ਦੇ ਪਿੱਛੇ ਇੱਕ ਅਧਿਆਪਕ ਹੋਏਗਾ। ਪਰ ਜੇਕਰ ਗੱਲ ਆ ਜੇ ਮਿਡਲ ਲੈਵਲ ਦੀ, ਠੀਕ ਹੈ, ਤਾਂ ਮਿਡਲ ਲੈਵਲ ਦੇ ਵਿੱਚ ਆਪਾਂ ਕੀ ਕਹਾਂਗੇ, 35:1 ਦੀ ਰੇਸ਼ੋ ਆਪਾਂ ਉੱਥੇ ਮੰਨਦੇ ਹਾਂ, ਠੀਕ ਹੈ। 35:1 ਦੀ ਰੇਸ਼ੋ ਉੱਥੇ ਆਪਾਂ ਕੰਸੀਡਰ ਕਰਦੇ ਹਾਂ। ਵੈਸੇ ਨੋਰਮਲੀ ਆਪਾਂ ਕਹਿ ਸਕਦੇ ਹਾਂ ਪ੍ਰਾਇਮਰੀ ਦੇ ਵਿੱਚ 30:1 ਦੀ ਰੇਸ਼ੋ ਹੁੰਦੀ ਹੈ। ਨੈਕਸਟ ਕੁਐਸਚਨ ਆਪਾਂ ਡਿਸਕਸ ਕਰਦੇ ਹਾਂ ਜੀ, ਇਹਦੇ ਵਿੱਚ ਰਾਈਟ ਆਨਸਰ ਆਪਣਾ D ਆਪਸ਼ਨ ਹੈ ਜੀ, ਠੀਕ ਹੈ। ਤਾਂ ਸਮਝ ਗਏ ਹੋਵੋਗੇ ਨਾ, D ਆਪਸ਼ਨ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੈ। ਇਹ ਤਾਂ ਵੈਸੇ ਤੁਹਾਨੂੰ ਦੱਸਿਆ ਸੀ। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਜੋ ਆਪਣੇ ਕੋਲ ਆ ਗਿਆ ਪੰਜਾਬੀ ਪੈਡਾਗੋਜੀ ਨਾਲ ਰਿਲੇਟਡ। ਇਸ ਕਰਕੇ ਇਸ ਦੀ ਟਰਾਂਸਲੇਸ਼ਨ ਨਹੀਂ ਦਿੱਤੀ, ਕਿਉਂਕਿ ਪੰਜਾਬੀ ਦੀ ਟਰਾਂਸਲੇਸ਼ਨ ਤੁਹਾਨੂੰ ਨਹੀਂ ਮਿਲੇਗੀ। ਅਧਿਆਪਨ ਵਿਧੀਆਂ ਵਿੱਚੋਂ ਉਹ ਵਿਧੀ ਜੋ ਗਿਆਨ ਇੰਦਰੀਆਂ ਦੀ ਸਿੱਖਿਆ ਨੂੰ ਮਹੱਤਵ ਦਿੰਦੀ ਹੈ। ਤਾਂ ਇਸ ਦੇ ਵਿੱਚੋਂ ਸਿੰਪਲ ਜੀ ਗੱਲ ਹੈ, ਰਾਈਟ ਆਨਸਰ ਸਾਡਾ ਹੋ ਜਾਏਗਾ ਮੋਂਟੇਸਰੀ ਵਿਧੀ, ਠੀਕ ਹੈ। ਇਹ ਸੈਂਸ 'ਤੇ ਜ਼ੋਰ ਦਿੰਦੀ ਹੈ। ਪੜ੍ਹਨ ਦੀ ਡਾਇਗਨੋਸਟਿਕ ਟੈਸਟਾਂ ਦੇ ਨਤੀਜਿਆਂ ਵਿੱਚ ਕਿਸ ਦੇ ਯਤਨ ਮਹੱਤਵਪੂਰਨ ਰਹੇ। ਤਾਂ ਕਿਸ ਦੇ ਮਤਲਬ ਵਧੀਆ ਕੰਮ ਕੀਤਾ, ਠੀਕ ਹੈ, ਇਸ ਪ੍ਰੋਸੈਸ ਦੇ ਉੱਤੇ। ਪ੍ਰੇਸੀ ਵਰਟ ਅਤੇ AP ਸੁਖੀਆ ਸਾਰਿਆਂ ਦੇ ਯਤਨ ਜਿਹੜੇ ਉਹ ਕਹਿ ਸਕਦੇ ਹਾਂ ਸਫਲਤਾਪੂਰਵਕ ਮਹੱਤਵਪੂਰਨ ਰਹੇ, ਠੀਕ ਹੈ ਜੀ। ਤਾਂ ਆਪਣੇ ਕੋਲ ਆਪਸ਼ਨ D ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਕੁਐਸਚਨ ਨੰਬਰ 18, ਪੜ੍ਹਨ ਦੇ ਡਾਇਗਨੋਸਟਿਕ ਟੈਸਟ ਵਿੱਚ ਮਕੈਨੀਕਲ ਸ਼ੁੱਧਤਾ ਨੂੰ ਮਾਪਣ ਲਈ ਬੈਲਾਰਡ ਦੀ ਪ੍ਰੀਖਿਆ ਵਿੱਚ ਕਿੰਨੇ ਆਮ ਸ਼ਬਦ ਹਨ ਜਿਨ੍ਹਾਂ ਨੂੰ ਪੜ੍ਹਨ ਲਈ 1 ਮਿੰਟ ਦਾ ਸਮਾਂ ਨਿਰਧਾਰਿਤ ਕੀਤਾ ਗਿਆ। ਤਾਂ ਕਿੰਨੇ ਸ਼ਬਦ ਨੇ ਇਹ ਆਪਾਂ ਨੂੰ ਦੱਸਣਾ ਹੈ। ਇਹਦੇ ਵਿੱਚ 158 ਸ਼ਬਦ ਨੇ, ਠੀਕ ਹੈ ਜੀ। ਤਾਂ ਇਹ ਸਾਡਾ ਇਸ 'ਤੇ ਰਾਈਟ ਆਨਸਰ ਹੋ ਜਾਵੇਗਾ ਆਪਸ਼ਨ A। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਕੁਐਸਚਨ ਨੰਬਰ 19, ਪੈਸਟੋਲੋਜੀ ਦਾ ਲਿਖਣਾ ਸਿਖਾਉਣ ਦਾ ਤਰੀਕਾ ਕੀ ਸੀ, ਠੀਕ ਹੈ। ਤਾਂ ਇਸ ਦੇ ਵਿੱਚ ਸਿੰਪਲ ਜੀ ਗੱਲ ਆਪਾਂ ਕਰਾਂਗੇ, ਅੱਖਰਾਂ ਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਤੋੜਨਾ ਅਤੇ ਉਹਨਾਂ ਹਿੱਸਿਆਂ ਨੂੰ ਜੋੜਨਾ। ਤਾਂ ਇਹ ਇੱਕ ਲਿਖਣ ਸਿਖਾਉਣ ਦਾ ਮਤਲਬ ਇੱਕ ਮੈਥਡ ਸੀ, ਤਰੀਕਾ ਸੀ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਫਸਟ ਆਪਸ਼ਨ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ।
ਇਸ ਤੋਂ ਬਾਅਦ ਹੈ ਜੀ ਕੁਐਸਚਨ ਨੰਬਰ 20 ਤੁਹਾਡੇ ਸਾਹਮਣੇ ਹੈ। FG ਫ੍ਰੈਂਚ ਨੇ ਸਿੱਖਿਆ ਲਈ ਢਾਂਚਾਗਤ ਪਹੁੰਚ ਵਿੱਚ 3 ਸਿਧਾਂਤ ਦਿੱਤੇ, ਇਹਨਾਂ ਨੂੰ ਕ੍ਰਮਵਾਰ ਆਪਾਂ ਨੇ ਦੱਸਣਾ ਗਾ। ਤਾਂ ਇਹ 4 ਆਪਸ਼ਨ ਜੋ ਦਿੱਤੀਆਂ ਗਈਆਂ ਨੇ, ਇਹਨਾਂ ਦੇ ਚੋਂ ਜਿਹੜਾ ਸਹੀ ਕ੍ਰਮ ਬਣੇਗਾ ਉਹ ਆਪਾਂ ਨੇ ਸਿਲੈਕਟ ਕਰਨਾ ਹੈ। ਤਾਂ ਦੇਖੋ ਜੀ, ਪੜ੍ਹਨ 'ਤੇ ਜ਼ੋਰ ਪਹਿਲੀ, ਅਤੇ ਉਸ ਤੋਂ ਬਾਅਦ ਭਾਸ਼ਾ ਦੀਆਂ ਆਦਤਾਂ ਦਾ ਵਿਕਾਸ, ਵਿਦਿਆਰਥੀਆਂ ਦੀਆਂ ਗਤੀਵਿਧੀਆਂ, ਇਹ ਕ੍ਰਮ ਹੀ ਸਹੀ ਹੈ। ਤਾਂ ਇਸ ਤਰੀਕੇ ਨਾਲ ਪਹਿਲਾਂ ਪੜ੍ਹਨ 'ਤੇ ਜ਼ੋਰ, ਫਿਰ ਆਦਤਾਂ ਦਾ ਵਿਕਾਸ, ਵਿਦਿਆਰਥੀਆਂ ਦੀ ਗਤੀਵਿਧੀ, ਠੀਕ ਹੈ। ਤਾਂ ਇਹ ਸਭ ਚੀਜ਼ਾਂ ਇਨਵੋਲਵ ਸੀ ਅਕੋਰਡਿੰਗ ਇਹਦੇ ਸਹੀ ਆਰਡਰ ਦੇ ਵਿੱਚ, ਠੀਕ ਹੈ ਜੀ। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ। ਕੁਐਸਚਨ ਨੰਬਰ 21 ਤੁਹਾਡੇ ਸਾਹਮਣੇ ਹੈ। ਇਸ ਵਿਧੀ ਵਿੱਚ ਅਧਿਆਪਕ ਆਪ ਨਾਟਕ ਕਰਦਾ ਹੈ, ਪਰ ਇਹ ਪਾਤਰਾਂ ਦੇ ਅਨੁਸਾਰ ਜਿਹੜੀ ਭਾਸ਼ਾ ਉਸਦੇ ਵਿੱਚ ਉਤਰਾਅ ਚੜਾਅ ਹੋਊਗਾ, ਠੀਕ ਹੈ। ਹੋ ਸਕਦਾ ਕਿਤੇ ਉੱਚੀ ਆਵਾਜ਼, ਨੀਵੀਂ ਆਵਾਜ਼, ਪਾਤਰਾਂ ਦੇ ਅਕੋਰਡਿੰਗ ਵੀ ਨਰਮ ਆਵਾਜ਼, ਤਾਂ ਇਹ ਹੋਏਗਾ। ਤਾਂ ਇਹ ਸਤਰਾਂ ਨਾਟਕ ਸਿੱਖਿਆ ਦੀ ਕਿਸ ਪ੍ਰਣਾਲੀ ਲਈ ਕਹੀਆਂ ਗਈਆਂ ਹਨ, ਮਤਲਬ ਕਿ ਕਿਹੜੀ ਜਿਹੜੀ ਪ੍ਰਣਾਲੀ ਹੈ ਉਹ ਇਹ ਇਸ ਚੀਜ਼ ਦੇ ਉੱਤੇ ਬੇਸਡ ਹੈ, ਠੀਕ ਹੈ। ਤਾਂ ਦੇਖੋ ਇਸ ਦੇ ਵਿੱਚੋਂ ਵਿਆਖਿਆ ਪ੍ਰਣਾਲੀ ਆਪਸ਼ਨ 'ਚ ਲਿਖਿਆ ਪਿਆ ਥੀਏਟਰ ਐਕਟਿੰਗ, ਜਾਂ ਫਿਰ ਸੰਯੁਕਤ ਸਿਸਟਮ, ਜਾਂ ਫਿਰ ਆਦਰਸ਼ ਨਾਟਕ ਪ੍ਰਣਾਲੀ। ਤਾਂ ਹੁਣ ਗੱਲ ਆ ਗਈ ਵੀ ਉਹ ਪਾਤਰਾਂ ਦੇ ਅਕੋਰਡਿੰਗ, ਹੈ ਨਾ ਵੀ ਪਾਤਰਾਂ ਦੇ ਅਕੋਰਡਿੰਗ ਭਾਸ਼ਾ ਦਾ ਉਤਰਾਅ ਚੜਾਅ ਕਰੇਗਾ, ਠੀਕ ਹੈ। ਤਾਂ ਇਹ ਕੀ ਇੱਕ ਆਦਰਸ਼ ਨਾਟਕ ਪ੍ਰਣਾਲੀ ਹੈ, ਮਤਲਬ ਕਿ ਪੂਰੇ ਵਧੀਆ ਤਰੀਕੇ ਨਾਲ, ਆਦਰਸ਼ ਤਰੀਕੇ ਨਾਲ ਨਿਭਾਇਆ ਜਾ ਰਿਹਾ ਹੈ, ਠੀਕ ਹੈ ਜੀ। ਤਾਂ ਆਪਣੇ ਕੋਲ ਡੀ ਆਪਸ਼ਨ ਇਸ 'ਤੇ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 22, ਭਾਸ਼ਾ ਸਿਖਾਉਣ ਦੇ ਢੰਗਾਂ ਵਿੱਚੋਂ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਕਿਹੜਾ ਤਰੀਕਾ ਬਿਲਕੁਲ ਬੇਕਾਰ ਹੈ। ਤਾਂ ਇਸ ਦੇ 'ਚ ਦੇਖੋ, ਗੱਲ ਸੁਣੋ, ਮੌਂਟੇਸਰੀ ਨੂੰ ਵੀ ਵਧੀਆ ਮੰਨਦੇ ਹਾਂ, ਪ੍ਰੋਜੈਕਟ ਸਿਸਟਮ ਨੂੰ ਵੀ, ਕਿੰਡਰਗਾਰਟਨ ਨੂੰ ਵੀ ਵਧੀਆ ਮੰਨਦੇ ਹਾਂ। ਤਾਂ ਆਪਣੇ ਕੋਲ ਇੱਕੋ ਆਪਸ਼ਨ ਬਚਦੀ ਹੈ, ਡਾਲਟਨ ਪ੍ਰਣਾਲੀ, ਠੀਕ ਹੈ। ਮੌਂਟੇਸਰੀ ਤਾਂ ਵਧੀਆ, ਠੀਕ ਹੈ, ਅਤੇ ਉਸ ਤੋਂ ਬਿਨਾਂ ਪ੍ਰੋਜੈਕਟ ਸਿਸਟਮ ਵੀ ਵਧੀਆ, ਅਤੇ ਕਿੰਡਰਗਾਰਟਨ ਵੀ ਬੈਸਟ ਹੈ। ਤਾਂ ਆਪਣੇ ਕੋਲ ਇੱਕੋ ਆਪਸ਼ਨ ਬਚੀ, ਠੀਕ ਹੈ, ਏ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 23, ਭਾਸ਼ਾ ਦੇ ਅਧਿਆਪਨ ਵਿੱਚ ਢਾਂਚਾਗਤ ਪਹੁੰਚ ਦਾ ਅਰਥ ਕੀ ਹੈ। ਤਾਂ ਇਹ ਆਪਾਂ ਨੇ ਦੱਸਣਾ ਗਾ, ਠੀਕ ਹੈ ਜੀ। ਤਾਂ ਇਹਦੇ ਵਿੱਚ 4 ਆਪਸ਼ਨ ਦਿੱਤੀਆਂ ਗਈਆਂ ਨੇ, ਇਹਦੇ ਵਿੱਚ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਰਹੇਗੀ ਢਾਂਚੇ ਦੀ ਗੱਲ ਹੈ, ਤਾਂ ਆਪਾਂ ਮਤਲਬ ਢਾਂਚੇ ਵਾਲੀ ਆਪਸ਼ਨ ਹੀ ਸਿਲੈਕਟ ਕਰਾਂਗੇ। ਭਾਸ਼ਾ ਦੇ ਬੁਨਿਆਦੀ ਢਾਂਚੇ ਨੂੰ ਪੜ੍ਹਾਉਣਾ, ਠੀਕ ਹੈ, ਮਤਲਬ ਕਿ ਬੇਸਿਕ ਜਿਹੜਾ ਸਟਰਕਚਰ ਹੈ ਉਸ ਨੂੰ ਪੜ੍ਹਾਉਣਾ, ਇਹ ਕੀ ਹੋ ਜਾਏਗਾ, ਇਸ ਦਾ ਕਹਿ ਸਕਦੇ ਹਾਂ ਸਹੀ ਅਰਥ, ਮੀਨਿੰਗ ਲੈ ਸਕਦੇ ਹਾਂ, ਠੀਕ ਹੈ। ਇਸ ਤੋਂ ਬਿਨਾਂ ਇਕੱਲੀ ਕਵਿਤਾ ਜਾਂ ਡਿਕਟੇਸ਼ਨ ਲਿਖਣਾ, ਠੀਕ ਹੈ, ਇਹ ਚੀਜ਼ਾਂ ਵੀ ਨਹੀਂ। ਤਾਂ ਬੈਸਟ ਆਪਸ਼ਨ ਆਪਣੇ ਕੋਲ ਕੀ ਰਹੇਗੀ ਕਿ ਬੁਨਿਆਦੀ ਢਾਂਚੇ ਨੂੰ ਪੜ੍ਹਾਉਣਾ। ਇਸ ਤੋਂ ਬਾਅਦ ਇੰਗਲਿਸ਼ ਪੈਡਾਗੋਜੀ ਸਟਾਰਟ ਹੋ ਗਈ ਜੀ। ਕੁਐਸਚਨ ਨੰਬਰ 24 ਹੈ ਜੀ ਤੁਹਾਡੇ ਸਾਹਮਣੇ, ਵਿਚ ਆਫ ਫੋਲੋਇੰਗ ਇਜ਼ ਨੋਟ, ਨੋਟ 'ਤੇ ਧਿਆਨ ਦੇ ਲਿਆ ਕਰੋ, ਇਜ਼ ਨੋਟ ਪ੍ਰਿੰਸੀਪਲ ਆਫ ਲੈਂਗੁਏਜ ਟੀਚਿੰਗ, ਲੈਂਗੁਏਜ ਟੀਚਿੰਗ ਦਾ ਕਿਹੜਾ ਇਹਨਾਂ ਦੇ ਵਿੱਚੋਂ ਕਹਿ ਸਕਦੇ ਪ੍ਰਿੰਸੀਪਲ ਨਹੀਂ ਹੈ। ਵੈਸੇ ਤਾਂ ਪ੍ਰਿੰਸੀਪਲ ਆਪਾਂ ਡਿਟੇਲ ਦੇ ਵਿੱਚ ਸਮਝ ਚੁੱਕੇ ਹਾਂ, ਪਰ ਇਸ ਦੇ ਵਿੱਚ ਤੁੱਕਾ ਵੀ ਲਗਾਇਆ ਜਾ ਸਕਦਾ ਸੀ। ਕਿਵੇਂ? ਹੁਣ ਸਿੰਪਲ ਜੀ ਗੱਲ ਹੈ, ਦੇਖੋ, ਨੈਚੁਰਲਨੈਸ ਵੀ ਹੋਏਗੀ, ਠੀਕ ਹੈ, ਅਤੇ ਪ੍ਰੈਕਟਿਸ ਅਤੇ ਡਰਿੱਲ, ਇਹ ਵੀ ਆਪਾਂ ਪ੍ਰਿੰਸੀਪਲ 'ਚ ਪੜ੍ਹਿਆ ਸੀ, ਪ੍ਰਿੰਸੀਪਲ ਆਫ ਡਰਿੱਲ ਮਤਲਬ ਲੈਂਗੁਏਜ ਪੜ੍ਹੇ ਸੀ, ਹੈ ਨਾ, ਪ੍ਰੈਕਟਿਸ ਐਂਡ ਡਰਿੱਲ। ਲਰਨਿੰਗ ਬਾਈ ਡੂਇੰਗ ਇਹ ਤਾਂ ਬੈਸਟ ਮੰਨਿਆ ਜਾਂਦਾ ਹੈ। ਅਤੇ ਇਸ ਤੋਂ ਬਿਨਾਂ ਇੱਕੋ ਆਪਸ਼ਨ ਬਚਦੀ ਆਪਣੇ ਕੋਲ ਕਾਪਿੰਗ ਐਂਡ ਪੇਸਟਿੰਗ। ਹੁਣ ਕਾਪੀ ਪੇਸਟ ਵਾਲੀ ਤਾਂ ਕੋਈ ਗੱਲ ਹੀ ਨਾ ਬਣੀ, ਇਹ ਤਾਂ ਮਤਲਬ ਰੱਟਾ ਲਗਾਉਣ 'ਚ ਮੰਨਿਆ ਜਾਂਦਾ ਹੈ ਨਾ, ਵੀ ਉਹ ਇੱਕ ਸਹੀ ਮੈਥਡ ਨਹੀਂ ਮੰਨਿਆ ਜਾਂਦਾ ਵੀ ਕੋਈ ਚੀਜ਼ ਕਾਪੀ ਕਰੀ ਜਾਵਾਂ ਸੇਮ ਟੂ ਸੇਮ, ਬੱਚੇ ਨੇ ਲਿਖੀ ਯਾਦ ਕਰੀ ਉਹ ਚੀਜ਼ਾਂ, ਹੈ ਨਾ, ਤਾਂ ਉਹ ਚੀਜ਼ਾਂ ਨੂੰ ਸਹੀ ਨਹੀਂ ਮੰਨਿਆ ਜਾਂਦਾ। ਤਾਂ ਕਾਪਿੰਗ ਐਂਡ ਪੇਸਟਿੰਗ ਇਜ਼ ਨਾਟ ਪ੍ਰਿੰਸੀਪਲ ਆਫ ਲੈਂਗੁਏਜ ਟੀਚਿੰਗ। ਨੈਕਸਟ ਕੁਐਸਚਨ ਹੈ ਜੀ, ਮਲਟੀ ਲਾਈਨ ਅਪਰੋਚ ਕਿਸ ਤੋਂ ਬਣੀ ਹੈ? ਕੰਸਿਸਟਸ ਆਫ। ਤਾਂ ਇਸ ਦੇ ਵਿੱਚ ਜੋ ਰਾਈਟ ਆਨਸਰ ਹੈ ਉਹ ਆਪਾਂ ਸਿਲੈਕਟ ਕਰਾਂਗੇ, ਯੂਜ਼ ਆਫ ਮੋਡਲਸ, ਰੀਚਿੰਗ ਦਾ ਸੇਮ ਟਾਰਗੇਟ ਫਰੋਮ ਡਿਫਰੈਂਟ ਡਾਇਰੈਕਸ਼ਨਸ ਐਂਡ ਮੀਨਸ ਸਿਲੈਕਸ਼ਨ ਐਂਡ ਗ੍ਰੈਡੀਸ਼ਨ, ਅਤੇ ਆਲ ਆਫ ਅਬਵ, ਠੀਕ ਹੈ। ਮਤਲਬ ਕਿ ਜਿਹੜੀਆਂ ਸਾਰੀਆਂ ਆਪਸ਼ਨ ਦਿੱਤੀਆਂ ਗਈਆਂ ਨੇ ਇਹ, ਤਾਂ ਇਹਨਾਂ 'ਚ ਜੋ ਵੀ ਰਾਈਟ ਆਨਸਰ ਹੈ ਉਹ ਆਪਾਂ ਸਿਲੈਕਟ ਕਰਾਂਗੇ। ਤਾਂ ਮਲਟੀ ਲਾਈਨ ਅਪਰੋਚ ਨੂੰ ਦੇਖੋ ਜੀ, ਇੱਥੇ ਗੱਲ ਆ ਗਈ ਮਲਟੀ ਦੀ, ਮਤਲਬ ਕਿ ਬਹੁਤ ਅਲੱਗ-ਅਲੱਗ, ਹੈ ਨਾ, ਮਤਲਬ ਬਹੁਤੇ, ਤਾਂ ਅਲੱਗ-ਅਲੱਗ ਤਰੀਕੇ ਨਾਲ ਇਹ ਜਿਹੜੀ ਮਤਲਬ ਅਪਰੋਚ ਹੈ ਉਹ ਤਿਆਰ ਹੋਈ ਹੈ, ਕੰਸਿਸਟ ਹੈ। ਤਾਂ ਇਸ ਦੇ ਵਿੱਚ ਆਪਾਂ ਅਲੱਗ-ਅਲੱਗ ਵਾਲਾ ਹੀ ਆਪਸ਼ਨ ਸਿਲੈਕਟ ਕਰਾਂਗੇ, ਮਤਲਬ ਕਿ ਕੀ ਰੀਚਿੰਗ ਦਾ ਸੇਮ ਟਾਰਗੇਟ, ਟਾਰਗੇਟ ਸੇਮ ਹੈ, ਉਸ ਦੇ ਉੱਤੇ ਪਹੁੰਚਣਾ ਹੈ, ਠੀਕ ਹੈ, ਪਰ ਡਿਫਰੈਂਟ ਮੀਨਿੰਗਸ ਨੇ, ਜਿਹੜੇ ਡਿਫਰੈਂਟ ਡਾਇਰੈਕਸ਼ਨਸ ਨੇ, ਉਹਨਾਂ ਤੋਂ ਇੱਕ ਟਾਰਗੇਟ ਦੇ ਉੱਤੇ ਫੋਕਸ ਕਰਨਾ, ਹੈ ਨਾ। ਜਿਵੇਂ ਆਪਾਂ ਮਤਲਬ ਉਹ ਪੜ੍ਹਦੇ ਸੀ, ਹੈ ਨਾ, ਥਿੰਕਿੰਗ ਦੇ ਵਿੱਚ ਨਹੀਂ ਪੜ੍ਹਦੇ ਹੁੰਦੇ, ਜਿਵੇਂ ਆਪਾਂ ਵੀ ਕਨਵਰਜੈਂਟ ਥਿੰਕਿੰਗ ਇੱਕ ਥਾਂ 'ਤੇ ਆ ਕੇ ਫੋਕਸ ਹੋ ਜਾਂਦੀ ਹੈ, ਠੀਕ ਹੈ, ਪਰ ਆਉਂਦੀ ਅਲੱਗ-ਅਲੱਗ ਡਾਇਰੈਕਸ਼ਨਾਂ ਤੋਂ ਹੈ, ਠੀਕ ਹੈ। ਤਾਂ ਇੱਕ ਸੇਮ ਟਾਰਗੇਟ ਦੇ ਉੱਤੇ ਪਹੁੰਚਣਾ, ਇਸ ਤਰੀਕੇ ਨਾਲ ਆਪਾਂ ਇਸ ਨੂੰ ਸਿਲੈਕਟ ਕਰਾਂਗੇ। ਤਾਂ ਆਪਣੇ ਕੋਲ ਆਪਸ਼ਨ ਬੀ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ ਮਲਟੀ ਲਾਈਨ ਅਪਰੋਚ ਬਾਰੇ, ਠੀਕ ਹੈ ਜੀ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਆਪਾਂ। ਕੁਐਸਚਨ ਨੰਬਰ 26, ਵਿਚ ਆਫ ਫੋਲੋਇੰਗ
ਇਜ਼ ਟਰੂ ਅਬਾਊਟ ਗ੍ਰਾਮਰ ਕਮ ਟਰਾਂਸਲੇਸ਼ਨ ਮੈਥਡ। ਤਾਂ ਦੇਖੋ ਜਿਹੜਾ ਗ੍ਰਾਮਰ ਟਰਾਂਸਲੇਸ਼ਨ ਮੈਥਡ ਹੈ ਪਹਿਲਾਂ ਇਹਨੂੰ ਦੇਖੋ ਸਮਝੋ ਥੋੜ੍ਹਾ ਜਿਹਾ। ਹੁਣ ਫੋਰ ਐਗਜ਼ਾਮਪਲ ਤੁਸੀਂ ਇੰਗਲਿਸ਼ ਪੜ੍ਹਾ ਰਹੇ ਹੋ ਬੱਚੇ ਨੂੰ, ਪੜ੍ਹਾਉਂਦੇ ਵਿੱਚ ਕੁਝ ਸ਼ਬਦ ਆ ਗਿਆ ਇੰਗਲਿਸ਼ ਦਾ ਜਿਹਨੂੰ ਬੱਚੇ ਦਾ ਮਤਲਬ ਨਹੀਂ ਪਤਾ, ਮਤਲਬ ਬੱਚੇ ਜਿਹੜਾ ਉਹ ਪੰਜਾਬੀ ਬੈਕਗਰਾਊਂਡ 'ਚੋਂ ਇਹ ਮੰਨ ਸਕਦੇ ਹਾਂ, ਤਾਂ ਤੁਸੀਂ ਕੀ ਕਰੇ ਡਿਕਸ਼ਨਰੀ ਚੱਕੀ, ਕੋਈ ਟਰਾਂਸਲੇਟਰ ਚੱਕਿਆ, ਉਹ 'ਤੇ ਉਹ ਸ਼ਬਦ ਭਰਤਾ ਅਤੇ ਬੱਚੇ ਨੂੰ ਕਹਿਤਾ ਵੀ ਇਹਦਾ ਮੀਨਿੰਗ ਬੱਚੇ ਇਹ ਹੈ। ਤਾਂ ਬੱਚਾ ਇੱਕ ਤਰੀਕੇ ਨਾਲ ਉੱਥੇ ਰੱਟਾ ਹੀ ਤਾਂ ਲਗਾ ਰਿਹਾ ਹੈ। ਤੁਸੀਂ ਗ੍ਰਾਮਰ ਨੂੰ ਟਰਾਂਸਲੇਟ ਕਰਕੇ ਦੱਸ ਰਹੇ ਹੋ, ਕੋਈ ਸ਼ਬਦ ਨੂੰ ਟਰਾਂਸਲੇਟ ਕਰਕੇ ਦੱਸ ਰਹੇ ਹੋ, ਗ੍ਰਾਮਰ ਦਾ ਕੋਈ ਮਤਲਬ ਲਾਈਨ ਬਣਾਉਣੀ ਸੀ ਬੱਚੇ ਨੂੰ, ਤੁਸੀਂ ਕਹਿ ਰਹੇ ਹੋ ਵੀ ਜਿਵੇਂ ਪੰਜਾਬੀ 'ਚ ਤੂੰ ਐਂ ਕਰਦਾ ਇੱਥੇ ਵੀ ਐਂ ਕਰਦੇ, ਤਾਂ ਉਹ ਕਿਤੇ ਨਾ ਕਿਤੇ ਮਤਲਬ ਐਡਾ ਵੈਸਟ ਨਹੀਂ ਇੱਦਾਂ ਹੈਗਾ ਵੀ ਵੈਸੇ ਮਦਰ ਟੰਗ ਯੂਜ ਹੁੰਦੀ ਹੈ ਉਹਦੇ 'ਚ ਤਾਂ ਸਹੀ ਮੰਨ ਸਕਦੇ ਹਾਂ। ਮਦਰ ਟੰਗ ਪਹਿਲਾਂ ਬੱਚਾ ਸਿੱਖ ਰਿਹਾ ਫਿਰ ਉਹ ਟਾਰਗੇਟ ਲੈਂਗੁਏਜ ਵੱਲ ਜਾ ਰਿਹਾ ਹੈ, ਤਾਂ ਕੁਝ ਕੁ ਹੱਦ ਤੱਕ ਠੀਕ ਵੀ ਹੈ। ਪਰ ਜੇਕਰ ਗੱਲ ਆ ਜੀ ਵੀ ਕਿ ਇਹ 'ਚ ਰੋਟ ਲਰਨਿੰਗ ਮਤਲਬ ਯੂਜ਼ ਹੋ ਰਹੀ ਹੈ ਤਾਂ ਆਪਾਂ ਉਹ ਵੀ ਮੰਨਾਂਗੇ, ਠੀਕ ਹੈ। ਤਾਂ ਇਹਦੇ 'ਚ ਜਿਹੜੀ ਰੋਟ ਲਰਨਿੰਗ ਹੈ ਇਹ ਵੀ ਇਨਕਰੇਜ ਹੁੰਦੀ ਹੈ, ਮਤਲਬ ਕਿ ਬੱਚਾ ਕੀ ਕਰਦਾ ਹੁਣ ਮੀਨਿੰਗਸ ਨੂੰ ਯਾਦ ਕਰ ਰਿਹਾ ਹੈ। ਮਦਰ ਟੰਗ ਇਜ਼ ਯੂਜ਼ਡ ਵਾਈਲ ਟੀਚਿੰਗ, ਇਹ ਵੀ ਸਹੀ ਹੈ, ਠੀਕ ਹੈ, ਮਦਰ ਟੰਗ ਯੂਜ਼ ਕੀਤੀ ਜਾ ਰਹੀ ਹੈ। ਤਾਂ ਦੋ ਆਪਸ਼ਨ ਜਦ ਸਹੀ ਹੋ ਜਾਣ ਤੀਸਰੀ ਤਾਂ ਆਪਾਂ ਦੇਖਦੇ ਹਾਂ ਪੜ੍ਹ ਕੇ। ਫੋਰਮ ਇਜ਼ ਮੋਰ ਇੰਪੋਰਟੈਂਟ ਦੈਨ ਕੰਟੈਂਟ, ਮਤਲਬ ਕੰਟੈਂਟ ਦੀ ਬਜਾਏ ਉਸਦੀ ਜਿਹੜੀ ਫੋਰਮ ਹੈ ਉਸਦਾ ਤਰੀਕਾ ਹੈ ਨਾ ਬਣਨ ਦਾ, ਤਾਂ ਉਹ ਚੀਜ਼ ਕੀ ਹੈ ਮੋਸਟ ਇੰਪੋਰਟੈਂਟ ਮੰਨੀ ਹੈ ਇੱਥੇ ਇਹਨਾਂ ਨੇ, ਠੀਕ ਹੈ। ਤਾਂ ਆਪਣੇ ਕੋਲ ਆਲ ਆਫ ਦੀਸ ਵਾਲੀ ਆਪਸ਼ਨ ਹੈ ਜਿਹੜੀ ਉਹ ਬੈਸਟ ਰਹੇਗੀ, ਠੀਕ ਹੈ ਜੀ। ਤਾਂ ਗ੍ਰਾਮਰ ਟਰਾਂਸਲੇਸ਼ਨ ਮੈਥਡ ਬਾਰੇ ਇਹ ਚੀਜ਼ਾਂ ਸਹੀ ਨਹੀਂ, ਕੋਈ ਡਾਊਟ 'ਚ ਨਹੀਂ ਹੈਗਾ। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਕੁਐਸਚਨ ਨੰਬਰ 27। ਤਾਂ 27 ਨੰਬਰ ਕੁਐਸਚਨ ਤੁਹਾਡੇ ਸਾਹਮਣੇ ਹੈ ਜੀ, ਵਿਚ ਮੈਥਡ ਇਜ਼ ਆਲਸੋ ਨੋਨ ਐਜ਼ ਨੈਚੁਰਲ ਮੈਥਡ ਆਫ ਟੀਚਿੰਗ ਲੈਂਗੁਏਜ ਐਜ ਸੈਕੰਡ ਲੈਂਗੁਏਜ। ਹੁਣ ਦੇਖੋ ਗੱਲ ਸੁਣੋ, ਮਤਲਬ ਕਿ ਤੁਸੀਂ ਇੰਗਲਿਸ਼ ਨੂੰ ਨੈਚੁਰਲ ਮੈਥਡ, ਇੰਗਲਿਸ਼ ਦਾ ਨੈਚੁਰਲ ਮੈਥਡ ਆਪਾਂ ਦੱਸਣਾ ਵੀ ਇੰਗਲਿਸ਼ ਉੱਥੇ ਕੀ ਹੈ ਐਜ਼ ਏ ਸੈਕੰਡ ਲੈਂਗੁਏਜ ਹੈ, ਠੀਕ ਹੈ। ਤਾਂ ਇੰਗਲਿਸ਼ ਉੱਥੇ ਜਦ ਐਜ਼ ਏ ਸੈਕੰਡ ਲੈਂਗੁਏਜ ਹੋਏਗੀ ਤਾਂ ਕਿਹੜਾ ਜਿਹੜਾ ਮੈਥਡ ਹੈ ਉਹ ਤੁਸੀਂ ਬੈਸਟ ਮੰਨੋਗੇ। ਤਾਂ ਇਹਦੇ ਵਿੱਚ ਗੱਲ ਸੁਣੋ, ਇਹਦੇ ਵਿੱਚ ਵੈਸੇ ਮੈਂ ਤੁਹਾਨੂੰ ਦੱਸਦਾ ਗੱਲ, ਜਿਹੜਾ ਡਾਇਰੈਕਟ ਮੈਥਡ ਹੈ ਉਸ ਦੇ ਵਿੱਚ ਕੀ ਹੈ ਵੀ ਡਾਇਰੈਕਟ ਇੰਗਲਿਸ਼ ਪੜ੍ਹਾਈ ਜਾ ਰਹੀ ਹੈ, ਉਹਨੂੰ ਮਤਲਬ ਗ੍ਰਾਮਰ ਟਰਾਂਸਲੇਸ਼ਨ ਮੈਥਡ ਕੀ ਸੀ ਵੀ ਮਾਤ ਭਾਸ਼ਾ ਦੇ ਨਾਲ ਟਰਾਂਸਲੇਟ ਕਰਕੇ ਦੱਸਣਾ, ਡਾਇਰੈਕਟ ਮੈਥਡ 'ਚ ਡਾਇਰੈਕਟ ਇੰਗਲਿਸ਼ 'ਚ ਮੀਨਿੰਗ ਦੱਸਣਾ, ਉਹਦੇ ਇੱਦਾਂ ਹੀ ਪੜ੍ਹਾਉਣਾ। ਤਾਂ ਇਹ ਇੰਗਲਿਸ਼ ਦੇ ਵਿੱਚ ਬੈਸਟ ਇਸਨੂੰ ਮੰਨ ਲਿਆ ਜਾਂਦਾ ਹੈ, ਠੀਕ ਹੈ ਜੀ। ਡਾਇਰੈਕਟ ਮੈਥਡ ਨੂੰ ਇੰਗਲਿਸ਼ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕੋਈ ਐਡੀ ਖਾਸ ਚੀਜ਼ ਨਹੀਂ ਹੈਗੀ, ਠੀਕ ਹੈ। ਤਾਂ ਇਹ ਇੱਕ ਨੈਚੁਰਲ ਮੈਥਡ ਆਪਾਂ ਇਸ ਦਾ ਮੰਨ ਸਕਦੇ ਹਾਂ ਕਿਉਂਕਿ ਐਜ ਏ ਸੈਕੰਡ ਲੈਂਗੁਏਜ ਹੈ, ਠੀਕ ਹੈ। ਤਾਂ ਫਸਟ ਲੈਂਗੁਏਜ ਤਾਂ ਮਾਤ ਭਾਸ਼ਾ ਦਾ ਬੱਚਾ ਘਰੋਂ ਹੀ ਸਿੱਖਿਆ ਆ, ਤਾਂ ਸੈਕੰਡ ਭਾਸ਼ਾ ਜਿਹੜੀ ਉਹ ਸੈਕੰਡ ਲੈਂਗੁਏਜ ਦੇ ਰੂਪ ਵਿੱਚ ਉਹ ਡਾਇਰੈਕਟ ਮੈਥਡ ਦੇ ਨਾਲ ਵੀ ਸਿੱਖ ਲਵੇਗਾ। ਪਰ ਇਹ ਚੀਜ਼ ਕਿਤੇ ਨਾ ਕਿਤੇ ਮਤਲਬ ਹੋ ਸਕਦਾ ਉਸ ਦੇ ਲਈ ਅਲੱਗ ਇੱਕ ਟਾਰਗੇਟ ਲੈਂਗੁਏਜ ਹੋਵੇ, ਤਾਂ ਟਾਰਗੇਟ ਲੈਂਗੁਏਜ ਦੇ ਵਿੱਚ ਹੋ ਸਕਦਾ ਵੀ ਉਸਨੂੰ ਹੋਰ ਚੀਜ਼ਾਂ ਦੀ ਲੋੜ ਪਵੇ, ਜਿਵੇਂ ਗ੍ਰਾਮਰ ਟਰਾਂਸਲੇਸ਼ਨ ਮੈਥਡ ਸੀ ਵੀ ਹੋ ਸਕਦਾ ਟਾਰਗੇਟ ਐਜ ਈ ਟਾਰਗੇਟ ਲੈਂਗੁਏਜ ਪੜ੍ਹ ਰਿਹਾ ਹੈ ਤਾਂ ਉੱਥੇ ਉਸਨੂੰ ਟਰਾਂਸਲੇਸ਼ਨ ਦੀ ਲੋੜ ਪੈ ਜੇ, ਪਰ ਐਜ ਏ ਸੈਕੰਡ ਲੈਂਗੁਏਜ ਮੇ ਬੀ ਨੋਟ ਨੀਡ। ਤਾਂ ਇਸ ਤਰੀਕੇ ਨਾਲ ਆਪਾਂ ਇਸ ਦੇ ਵਿੱਚ ਡਾਇਰੈਕਟ ਮੈਥਡ ਸਿਲੈਕਟ ਕਰਾਂਗੇ। ਤਾਂ ਨੈਕਸਟ ਕੁਐਸਚਨ ਡਿਸਕਸ ਕਰਨੇ ਹਾਂ ਜੀ, ਵਿਚ ਆਫ ਫੋਲੋਇੰਗ ਟੀਚਿੰਗ ਇੰਗਲਿਸ਼ ਟੀਚਿੰਗ ਅਪਰੋਚ ਇਜ਼ ਸਟੂਡੈਂਟ ਸੈਂਟਰਡ ਐਂਡ ਸਟੂਡੈਂਟ ਓਰੀਐਂਟਡ। ਤਾਂ ਸਟੂਡੈਂਟ ਓਰੀਐਂਟਡ ਵੀ ਹੋਵੇ ਅਤੇ ਸਟੂਡੈਂਟ ਸੈਂਟਰਡ ਵੀ ਹੋਵੇ। ਤਾਂ ਇਹਦੇ ਵਿੱਚ ਸਭ ਤੋਂ ਸਿੰਪਲ ਆਪਸ਼ਨ ਜੀ ਆਪਣੇ ਕੋਲ ਇੱਕੋ ਬਚੀ ਜੀ ਆਪਣੇ ਕੋਲ ਕਮਿਊਨੀਕੇਟ ਅਪਰੋਚ। ਹੁਣ ਦੇਖੋ ਜਦੋਂ ਬੱਚਾ ਕਮਿਊਨੀਕੇਟ ਕਰੇਗਾ ਤਾਂ ਸਭ ਤੋਂ ਬੈਸਟ ਚੀਜ਼ ਹੁੰਦੀ ਹੈ ਇਹ, ਕਮਿਊਨੀਕੇਟ ਕਿਵੇਂ ਕਰੇਗਾ ਵੀ ਭਾਸ਼ਾ ਨੂੰ ਬੋਲੇਗਾ ਵੀ ਹੈ ਨਾ, ਸੁਣੇਗਾ ਵੀ, ਤਾਂ ਆਦਾਨ ਪ੍ਰਦਾਨ ਉੱਥੇ ਹੋ ਰਿਹਾ ਹੈ, ਕਮਿਊਨੀਕੇਟ ਕਰ ਰਿਹਾ ਉਹ ਹੈ ਨਾ ਉਸ ਦੇ ਵਿੱਚ। ਤਾਂ ਇਹ ਇਹਦੇ ਵਿੱਚ ਬੱਚੇ ਜਿਹੜਾ ਉਹ ਸੈਂਟਰਡ ਦੇ ਵਿੱਚ ਹੈ ਨਾ ਮਤਲਬ ਅਤੇ ਸਟੂਡੈਂਟ ਓਰੀਐਂਟਡ ਵੀ ਹੈ ਕਿਉਂਕਿ ਬੱਚਾ ਖੁਦ ਅਪਲਾਈ ਕਰ ਰਿਹਾ ਹੈ, ਸਮਝ ਰਹੇ ਹੋ ਵੀ ਜਿਵੇਂ ਹੁਣ ਮਾਤ ਭਾਸ਼ਾ ਬੱਚਾ ਖੁਦ ਅਪਲਾਈ ਕਰਦਾ, ਉਹਨੇ ਕੋਈ ਚੀਜ਼ ਮੰਗਣੀ ਹੈ, ਕੋਈ ਚੀਜ਼ ਦੇਣੀ ਹੈ, ਲੈਣੀ ਹੈ, ਗੱਲਬਾਤ ਕਰਨੀ ਹੈ, ਤਾਂ ਉਹ ਆਪਣੀ ਮਾਤ ਭਾਸ਼ਾ ਨੂੰ ਜਿਵੇਂ ਕਮਿਊਨੀਕੇਟ ਕਰਦਾ ਸੀ ਇਸੇ ਤਰੀਕੇ ਨਾਲ ਜਦੋਂ ਉਹ ਇੰਗਲਿਸ਼ ਦੀ ਗੱਲ ਹੈ ਇੱਥੇ, ਤਾਂ ਇੰਗਲਿਸ਼ ਨੂੰ ਜਦੋਂ ਕਮਿਊਨੀਕੇਟ ਕਰੇਗਾ ਤਾਂ ਇਹ ਸਟੂਡੈਂਟ ਓਰੀਐਂਟਡ ਅਤੇ ਸਟੂਡੈਂਟ ਸੈਂਟਰਡ ਦੋਨੇ ਬਣ ਜਾਵੇਗੀ। ਆਪਣੇ ਕੋਲ ਇਹ ਆਪਸ਼ਨ ਇਸ 'ਤੇ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਡਿਸਕਸ ਕਰਦੇ ਹਾਂ ਜੀ ਕੁਐਸਚਨ ਨੰਬਰ 29, ਵਿਚ ਆਫ ਫੋਲੋਇੰਗ ਇਜ਼ ਅ ਕ੍ਰਾਈਟੇਰੀਅਨ ਫਾਰ ਸਿਲੈਕਸ਼ਨ ਆਫ ਅ ਰਾਈਟਿੰਗ ਟਾਸਕ ਟੂ ਗਿਵਨ ਟੂ ਸਟੂਡੈਂਟ ਟੂ ਡਿਵੈਲਪ ਦੇਅਰ ਰਾਈਟਿੰਗ ਸਕਿੱਲ। ਮਤਲਬ ਕਿ ਰਾਈਟਿੰਗ ਸਕਿੱਲ ਨੂੰ ਡਿਵੈਲਪ ਕਰਨ ਦੇ ਲਈ ਉਹਨਾਂ ਨੂੰ ਮਤਲਬ ਇੱਕ ਟਾਰਗੇਟ ਦੇਣਾ, ਉਹ ਟਾਰਗੇਟ ਨੂੰ ਕਿਵੇਂ ਸਿਲੈਕਟ ਕਰੋਗੇ, ਉਹ ਟਾਰਗੇਟ ਨੂੰ ਸਿਲੈਕਟ ਕਰਨ ਦੇ ਲਈ ਕੀ ਕ੍ਰਾਈਟੀਰੀਆ ਜਿਹੜਾ ਉਹ ਤੁਸੀਂ ਯੂਜ਼ ਕਰੋਗੇ। ਤਾਂ ਇਸ ਦੇ ਲਈ ਮਤਲਬ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ 'ਚ ਰੱਖੋਗੇ, ਸਿੰਪਲ ਜੀ ਗੱਲ ਹੈ ਵੀ ਤੁਸੀਂ ਨੇ ਕੀ ਸਿਲੈਕਟ ਕਰਨਾ ਹੈ, ਇੱਕ ਟਾਸਕ ਸਿਲੈਕਟ ਕਰਨਾ ਹੈ ਰਾਈਟਿੰਗ ਸਕਿੱਲ ਨੂੰ ਡਿਵੈਲਪ ਕਰਨ ਦੇ ਲਈ, ਠੀਕ ਹੈ। ਤਾਂ ਇਹਦੇ ਵਿੱਚ ਆਪਾਂ ਸਟੂਡੈਂਟ ਦੇ ਇੰਟਰਸਟ ਨੂੰ ਵੀ ਧਿਆਨ 'ਚ ਰੱਖਾਂਗੇ ਅਤੇ ਜਿਹੜਾ ਕਲਾਸ ਦਾ ਲੈਵਲ ਹੈ ਉਸ ਨੂੰ ਵੀ ਧਿਆਨ ਦੇ 'ਚ ਰੱਖਾਂਗੇ। ਤਾਂ ਫਿਰ ਉਸ ਤਰੀਕੇ ਨਾਲ ਆਪਾਂ ਕੀ ਕਰ ਦਾਂਗੇ, ਕਹਿ ਸਕਦੇ ਹਾਂ ਕਿ ਆਪਾਂ ਜਿਹੜਾ ਉਸ ਦਾ ਟਾਸਕ ਹੋਏਗਾ ਉਹ ਸਿਲੈਕਟ ਕਰ ਲਾਂਗੇ। ਤਾਂ ਆਪਣੇ ਕੋਲ ਇਸ ਦੇ ਵਿੱਚ
ਤੇ ਏ ਦੋਨੋਂ ਆਪਸ਼ਨਾਂ ਸਹੀ ਸੀ। ਠੀਕ ਹੈ, ਇਹ ਵੀ ਸਹੀ ਹੈ ਗੱਲ, ਇਹ ਵੀ ਸਹੀ ਹੈ। ਤਾਂ ਇਹ ਸੀ ਆਪਸ਼ਨ ਦੇ ਵਿੱਚ ਲਿਖਿਆ ਪਿਆਗਾ ਬੋਥ ਏ ਐਂਡ ਬੀ, ਤਾਂ ਸੀ ਆਪਸ਼ਨ ਆਪਣਾ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਤਾਂ ਦੋਸਤੋ ਇੱਥੇ ਤੱਕ ਆਪਣੀ 29 ਕੁਐਸਚਨ ਹੋ ਗਏ। 30 ਨੰਬਰ ਕੁਐਸਚਨ ਜਿਹੜਾ ਇਸ ਦਾ ਰਾਈਟ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਠੀਕ ਹੈ ਜੀ, ਤਾਂ ਸਿੰਪਲ ਜਿਹਾ ਕੁਐਸਚਨ ਹੈ, ਕਮੈਂਟ ਬਾਕਸ ਦੇ ਵਿੱਚ ਇਸ ਦਾ ਆਨਸਰ ਤੁਸੀਂ ਦੱਸ ਸਕਦੇ ਹੋ ਕਿ ਮਲਟੀਮੀਡੀਆ ਰਿਸੋਰਸ ਨੇ ਜਿਹੜੇ ਉਹਨਾਂ ਦੇ ਵਿੱਚ ਡੂ ਨਾਟ ਇਨਕਲੂਡ, ਮਤਲਬ ਕਿਹੜੀ ਚੀਜ਼ ਇਹਨਾਂ 'ਚੋਂ ਇਨਕਲੂਡ ਨਹੀਂ ਹੈਗੀ। 30 ਨੰਬਰ ਪਾ ਕੇ ਤੁਸੀਂ ਰਾਈਟ ਆਨਸਰ ਜਿਹੜਾ ਉਹ ਕਮੈਂਟ ਬਾਕਸ ਦੇ ਵਿੱਚ ਮੈਨੂੰ ਲਿਖੋਗੇ। ਠੀਕ ਹੈ, ਅਤੇ ਇੱਕ ਗੱਲ ਹੋਰ ਦੇਖੋ, ਇੱਕ ਕੁਐਸਚਨ ਤਾਂ ਉਹ ਕੁਐਸਚਨ ਦੇ ਵਿੱਚ ਥੋੜ੍ਹੀ ਜਿਹੀ ਮਤਲਬ ਮਿਸਟੇਕ ਸੀ, ਉਹ ਕੁਐਸਚਨ ਵਿੱਚ ਨਾ ਕਾਊਂਟ ਕਰੋ ਜਿਹੜੇ ਵਿੱਚ ਮਿਸਟੇਕ ਸੀ। ਤੁਸੀਂ ਮੈਨੂੰ 28 ਦੇ ਵਿੱਚੋਂ ਦੱਸੋਗੇ ਤੁਹਾਡੇ ਕਿੰਨੇ ਨੰਬਰ ਬਣੇ। ਠੀਕ ਹੈ ਜੀ, 28 ਦੇ ਵਿੱਚੋਂ ਦੱਸਣਾ, ਕਿਉਂਕਿ ਇੱਕ ਕੁਐਸਚਨ ਤਾਂ ਤੁਹਾਨੂੰ ਐਜ਼ ਏ ਹੋਮਵਰਕ ਦੇ ਤਾ ਆਪਾਂ ਨੇ, ਇਹਦਾ ਨੰਬਰ ਨਹੀਂ ਤੁਸੀਂ ਗਿਣੋਗੇ। ਆਉਂਦਾ ਨਹੀਂ ਆਉਂਦਾ ਕੋਈ ਦਿੱਕਤ ਨਹੀਂ, ਪਰ ਜਿਹੜੇ ਦਾ ਸਹੀ ਆਨਸਰ ਹੋਏਗਾ ਉਹਦਾ ਆਨਸਰ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰਾਂਗਾ। ਠੀਕ ਹੈ, ਉੱਥੇ ਤੋਂ ਰਾਈਟ ਆਨਸਰ ਤੁਸੀਂ ਸਿਲੈਕਟ ਕਰ ਲਓਗੇ, ਮਤਲਬ ਦੇਖ ਲਓਗੇ ਜੇ ਤੁਹਾਨੂੰ ਨਹੀਂ ਆਉਂਦਾ ਤਾਂ। ਇੱਕ ਉਸ ਤੋਂ ਵੀ ਜਿਹੜੇ 29 ਕੁਐਸਚਨ ਸੀ ਉਹ 'ਚੋਂ ਇੱਕ ਕੁਐਸਚਨ 'ਤੇ ਗੜਬੜ ਸੀ, ਤਾਂ ਕੁੱਲ ਮਿਲਾ ਕੇ 28 ਕੁਐਸਚਨ ਨੇ। 28 'ਚ ਤੁਹਾਡੇ ਕਿੰਨੇ ਮਾਰਕਸ ਬਣੇ ਇਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਹੁਣੇ ਲਿਖ ਕੇ ਦੱਸੋਗੇ। ਤਾਂ ਇਹ ਕਲਾਸ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਇਸ ਤੋਂ ਬਿਨਾਂ YouTube ਦੇ ਉੱਤੇ ਤੁਸੀਂ ਸਬਸਕ੍ਰਾਈਬ ਕਰ ਹੀ ਰੱਖੇ ਹੈ। ਟੈਲੀਗ੍ਰਾਮ ਦੇ ਉੱਤੇ ਚੈਨਲ ਨੂੰ ਸਰਚ ਕਰੋ, ਸਟੱਡੀ ਫਾਈਟਰ ਸਰਚ ਕਰੋ, ਫਿਰ ਉਹ ਗਰੁੱਪ ਨੂੰ ਜੁਆਇਨ ਕਰੋ। ਜੇਕਰ ਨਹੀਂ ਹੋ ਰਿਹਾ ਤਾਂ ਲਿੰਕ ਇਹਦੇ ਇੰਨੇ ਕੰਮ ਨਹੀਂ ਕਰਦੇ ਹੁੰਦੇ, ਤਾਂ ਤੁਸੀਂ ਡਾਇਰੈਕਟ ਸਰਚ ਕਰਕੇ ਜੁਆਇਨ ਕਰੋਗੇ। ਇੰਸਟਾ ਦੇ ਉੱਤੇ ਅਸੀਂ ਕੁਝ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਾਂ, ਉੱਥੇ ਜੁਆਇਨ ਕਰ ਸਕਦੇ ਹੋ। ਵਟਸਐਪ ਗਰੁੱਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ। ਠੀਕ ਹੈ, ਵੀਡੀਓ ਦੀ ਡਿਸਕ੍ਰਿਪਸ਼ਨ ਜ਼ਰੂਰ ਚੈੱਕ ਕਰਿਆ ਕਰੋ, ਉੱਥੇ ਪਲੇਲਿਸਟਾਂ ਦੇ ਲਿੰਕ ਅਤੇ ਗਰੁੱਪਾਂ ਦੇ ਲਿੰਕ ਪਏ ਨੇ। ਤਾਂ ਇਹ ਕਲਾਸ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।